ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦਾ ਸੈਟਰਡੇ ਸਪੈਸ਼ਲ ਹਰ ਤਰ੍ਹਾਂ ਦੀ ਤਰ੍ਹਾਂ ਰਣਜੀਤ ਸਿੰਘ ਕੁੱਕੀ ਗਿੱਲ ਜੀ ਦੇ ਨਾਲ ਹੁੰਦਾ ਹੈ। ਰਣਜੀਤ ਸਿੰਘ ਕੁੱਕੀ ਗਿੱਲ ਜੀ ਪਿਛਲੇ ਹਫਤੇ ਇੱਕ ਬਹੁਤ ਹੀ ਪਰਸਨਲ ਇੱਕ ਅਟੈਕ ਉਹਨਾਂ ਦੀ ਫੈਮਿਲੀ 'ਤੇ ਉਹਨਾਂ ਨੂੰ ਕੁਛ ਤਰ੍ਹਾਂ ਦੇ ਔਬਸੀਨ ਸੀਨਸ ਵਗੈਰਾ ਜਾਂ ਇੱਕ ਥ੍ਰੈਟਨਿੰਗ ਫੀਲ ਹੋਈ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਵਾਈਫ, ਉਹਨਾਂ ਦੀ ਬੇਟੀ ਨੂੰ। ਕਾਫੀ ਟਰੋਮੇਟਾਈਜ਼ਿੰਗ ਮਾਹੌਲ ਉਹਨਾਂ ਦੇ ਪਰਿਵਾਰ ਦਾ ਪਿਛਲੇ ਇੱਕ ਹਫਤੇ ਤੋਂ ਰਿਹਾ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਉਹਨਾਂ ਦਾ ਸਭ ਤੋਂ ਪਹਿਲਾਂ ਹਾਲ ਚਾਲ ਜਾਣ ਕੇ ਕਰਾਂਗੇ ਔਰ ਫਿਰ ਅੱਗੇ ਦੀਆਂ ਜੋ ਪੰਜਾਬ 'ਚ ਵਾਪਰੀਆਂ ਇੰਪੋਰਟੈਂਟ ਘਟਨਾਵਾਂ ਨੇ ਉਹਨਾਂ 'ਤੇ ਉਹ ਕੀ ਵਿਚਾਰ ਰੱਖਦੇ ਆ ਉਹਨਾਂ ਵੱਲ ਲੈ ਕੇ ਜਾਵਾਂਗੇ। ਸਭ ਤੋਂ ਪਹਿਲਾਂ ਥੈਂਕ ਯੂ ਸੋ ਮਚ ਰਣਜੀਤ ਸਿੰਘ ਸਰ, ਤੁਸੀਂ ਆਪਣਾ ਸਮਾਂ ਕੱਢਿਆ। ਥੈਂਕ ਯੂ, ਯੈਸ ਪਲੇਜ਼ਰ। ਕਾਫੀ ਟਰੋਮੇਟਾਈਜ਼ਿੰਗ ਰਿਹਾ ਪਿਛਲਾ ਹਫਤਾ ਤੁਹਾਡੇ ਲਈ। ਮੈਂ ਤੁਹਾਡੀ ਵਾਈਫ ਦਾ ਵੀ ਇੰਟਰਵਿਊ ਦੇਖ ਰਹੀ ਸੀ, ਗੱਲ ਵੀ ਹੋਈ ਉਹਨਾਂ ਨਾਲ, ਤੁਹਾਡੇ ਨਾਲ ਵੀ ਵਾਰ-ਵਾਰ ਗੱਲ ਹੋਈ ਆ, ਪਰ ਦਰਸ਼ਕ ਜਾਨਣਾ ਚਾਹਣਗੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ, ਕੀ ਫੀਲ ਹੋਇਆ, ਕੀ ਕਾਰਵਾਈ ਅੱਗੇ ਹੋਈ ਔਰ ਹੁਣ ਗੱਲ ਕਿੱਥੇ ਤੱਕ ਪਹੁੰਚੀ ਹੈ। ਸੌਰੀ ਟੂ ਸੇ, ਕਾਰਵਾਈ ਤਾਂ ਕੋਈ ਨਹੀਂ ਹੋਈ, ਪਰ ਕੋਈ ਇੱਦਾਂ ਦੀ ਗੱਲ ਨਹੀਂ। ਵੀ ਆਰ ਆਲ ਫਾਈਨ। ਹੋਤਾ ਹੈ ਸਭੇ ਰੋਜ਼ ਤਮਾਸ਼ਾ ਮੇਰੇ ਆਗੇ। ਗਾਲਬ ਨੇ ਇਹ ਗੱਲ ਕਹੀ ਸੀ ਜਦੋਂ 1857 ਦੇ ਗਦਰ ਤੋਂ ਪਹਿਲੇ, ਇੱਥੇ ਰੋਜ਼ ਤਮਾਸ਼ਾ ਹੁੰਦਾ ਹੈਗਾ। ਮੈਂ ਆਪਣੀ ताउम्र दिल को इसी फ्रेम में रखा है उम्र भर, इस इम्तिहान के बाद कोई इम्तिहान नहीं। ये जिंदगी है, बट मैं जिंदगी की एग्जिस्टेंस नूं दे नालों आई प्रैफर ऑनर, एंड आई वॉन्ट टू लिव ए लाइफ which has a reason to live. So these things happen. It's a part and parcel of my life, and I have traveled a long journey, and it was full of hindrances, but eventually they became smooth. So I took it that manner. ਨਹੀਂ, ਪਰ ਸਟੇਟ ਹੈ, ਸਟੇਟ ਦੇ ਅੰਦਰ ਆਉਂਦੇ ਆਪਾਂ, ਸਟੇਟ ਦੇ ਸਿਟੀਜ਼ਨ ਆ, ਸੋ ਸਟੇਟ ਦੀਆਂ ਕੁਝ ਜ਼ਿੰਮੇਵਾਰੀਆਂ ਹਰ ਨਾਗਰਿਕ ਦੀ ਸੁਰੱਖਿਆ ਲਈ ਬਣਦੀਆਂ ਨੇ ਔਰ ਖਾਸ ਤੌਰ 'ਤੇ ਉਹਨਾਂ ਨਾਗਰਿਕਾਂ ਦੀ ਸੁਰੱਖਿਆ ਜਿਨ੍ਹਾਂ 'ਤੇ ਆਲਰੇਡੀ ਹਾਈ ਰਿਸਕ ਹੈਗਾ ਆ। ਸੋ ਉੱਥੇ ਸਟੇਟ ਦੀ ਕਾਰਵਾਈ ਨਾ ਹੋਣਾ ਪੁਲਿਸ ਵੱਲੋਂ ਜਾਂ ਪੋਲੀਟੀਸ਼ੀਅਨਸ ਵੱਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ, ਉਹ ਦੁਖਦਾਈ ਹੈ ਤੁਹਾਡੇ ਇਸ ਐਂਗਲ ਤੋਂ, ਕਿਉਂਕਿ ਤੁਹਾਡੀ ਵਾਈਫ ਦੀ ਇੰਟਰਵਿਊ ਤੋਂ ਜੋ ਗੱਲਾਂ ਉਹਨਾਂ ਨੇ ਕੀਤੀਆਂ ਲੱਗਦਾ ਸੀ ਦੈਟ ਕਿੱਦਾਂ ਟਰੋਮਾ ਦੇ ਵਿੱਚੋਂ ਉਹ ਨਿਕਲ ਰਹੇ ਆ, ਕਿਉਂਕਿ ਗੁੜੀਆ ਨਾਲ ਸੀ ਤੁਹਾਡੀ। 11 ਸਾਲ ਦੀ ਆ। ਥੋੜਾ ਬੇਟੀ ਨੂੰ ਤਾਂ ਝਟਕਾ ਲੱਗਿਆ ਹੀ ਹੈ। ਸ਼ੀ ਇਜ਼ ਫੀਲਿੰਗ ਸਕੇਅਰਡ ਜਦੋਂ ਕੋਈ ਖੜਕਾ ਹੁੰਦਾ ਜਾਂ ਕਿਵੇਂ। ਸ਼ੀ ਇਜ਼ ਵੈਰੀ ਵਰਿਡ ਅਬਾਊਟ ਇਟ, ਪਰ ਆਈ ਐਮ ਵੈਰੀ ਥੈਂਕਫੁਲ ਕਿ ਮੇਰੇ ਨਾਲ ਬਹੁਤ ਆਵਾਮ ਦਾ ਹਿੱਸਾ ਆ ਕੇ ਮੇਰੇ ਨਾਲ ਖੜਿਆ ਅਤੇ ਮੈਨੂੰ ਉਹਨਾਂ ਨੇ ਅਸ਼ੋਰ ਕੀਤਾ ਕਿ ਜਿਸ ਤਰ੍ਹਾਂ ਦੀ ਵੀ ਸਪੋਰਟ ਚਾਹੀਦੀ ਅਸੀਂ ਤੈਨੂੰ ਹਰ ਇੱਕ ਤਰ੍ਹਾਂ ਦੀ ਸਪੋਰਟ ਦੇਵਾਂਗੇ, ਕਿਉਂਕਿ ਮੇਰੇ ਕੋਲ ਆਮ ਲਾਇਸੈਂਸ ਹੈ ਨਹੀਂ ਗਾ, ਉਹ ਸਰਕਾਰ ਨੇ ਮੈਨੂੰ ਦਿੱਤਾ ਨਹੀਂ ਗਾ। ਜਿਹੜੀ ਸਿਕਿਉਰਿਟੀ ਮੈਨੂੰ ਦਿੱਤੀ ਸੀ ਇਹਨਾਂ ਨੇ ਵਿਦਡਰਾ ਕਰ ਲਈ, ਪਰ ਮੈਂ ਜ਼ਿੰਦਗੀ ਦਾ ਆਪਣਾ ਸਫ਼ਰ ਰੱਖਿਆ ਕਿ ਮੈਂ ਆਪਣੇ भीतर उतर रहा हूँ, अपने भीतर उतर रहा हूँ, धीरे धीरे उभर रहा हूँ, तन्हाई तेरा एहसानमंद हूँ, तेरी वजह से निखर रहा हूँ। सो मैं तन्हाई देखी है लम्मा चिर, क्योंकि मैं उदों कोविड वेले देखा लोग थोड़िया जिहियां परेशानियां नाल डिप्रैशन का शिकार हो। मैं तो 18 साल कट्टे। So it's a long journey. कोई इदां दी गल नहीं है। Nobody can deter me. I am more determined, and I will be more forthright. ਜੀ ਜੀ ਕੁੱਕੀ ਗਿੱਲ ਜੀ, ਅੱਗੇ ਵਧਦੇ ਹਾਂ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਕੁਛ ਕੁ ਫੇਰ ਬਦਲ ਕਰਕੇ ਕੁਛ ਕੁ ਨਵੇਂ ਰੂਲਸ, ਰੈਗੂਲੇਸ਼ਨਸ, ਕੰਡੀਸ਼ਨਸ ਐਂਡ ਟਰਮਸ ਰੱਖ ਕੇ ਕਿਹਾ ਜਾ ਰਿਹਾ ਕਿ ਇੱਕ ਮਾਈਲਸਟੋਨ ਜਿਹੜੀਆਂ 13 ਪ੍ਰੋਗਰਾਮ ਜਿਹੜੇ ਉਹਨਾਂ ਨੇ 13 ਪੁਆਇੰਟ ਉਹਨਾਂ ਨੇ ਚੇਂਜਸ 13 ਬਦਲਾਵ ਕੀਤੇ ਨੇ, ਉਹ ਮਾਈਲਸਟੋਨਸ ਨੇ ਅਕਾਲੀ ਦਲ ਦੇ। ਤੁਸੀਂ ਉਹਨਾਂ ਨੂੰ ਕਿਵੇਂ ਵੇਖਿਆ ਪਹਿਲੀ ਨਿਗਾਹ ਦੇ ਵਿੱਚ? ਉਹ 13 ਬਦਲਾਵ ਕੀ 1 ਟਿਕਟ, 1 ਫੈਮਿਲੀ, 1 ਇਲੈਕਸ਼ਨ, ਇਸ ਤੋਂ ਇਲਾਵਾ ਯੂਥ ਨੂੰ ਵਿੱਚ ਲੈ ਕੇ ਆਉਣ ਦੀਆਂ ਐਂਡ ਹੋਰ ਜੋ ਵੀ ਚੇਂਜਸ ਉਹਨਾਂ ਨੇ ਕੀਤੀਆਂ? ਉਹਨਾਂ ਨੇ ਨੌਜਵਾਨੀ ਨੂੰ ਤਰਜੀਹ ਦੇਣ ਲਈ ਕਿਹਾ ਕਿ ਅਸੀਂ 50% ਜਿਹੜੀਆਂ ਪੋਸਟ ਨੇ ਉਹਨਾਂ 13 ਪੁਆਇੰਟ ਦਾ ਪ੍ਰੋਗਰਾਮ ਪੇਸ਼ ਕੀਤਾ। ਕੱਲ੍ਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ 'ਚ ਇਹ ਕਿਹਾ ਹੈਗਾ ਕਿ 50% ਅਸੀਂ ਜਿਹੜੀਆਂ ਪੋਸਟ ਨੇ, ਪਾਰਟੀ ਪੋਸਟ ਨੇ, ਈਵਨ MLA ਦੀਆਂ ਜਿਹੜੀਆਂ ਟਿਕਟਸ ਨੇ, ਅਸੀਂ ਜਿਹੜੇ ਅੰਡਰ 50 ਈਅਰਸ ਓਲਡ ਹੈਗੇ ਆ ਉਹਨਾਂ ਨੂੰ ਅਸੀਂ ਦੇਵਾਂਗੇ। ਪਰ ਉਹਨਾਂ ਨੇ ਆਪਣੀਆਂ ਰਵਾਇਤੀ ਪੁਣਾਂ ਦੀਆਂ ਜਿਹੜੀਆਂ ਉਹਨਾਂ ਦੇ ਚਿੰਨ੍ਹ ਨੇ, ਉਹਨਾਂ ਨੇ ਚਿੰਨ੍ਹਾਂ ਨੂੰ ਜ਼ਿਆਦਾ ਪ੍ਰਮਾਣਤਾ ਦਿੱਤੀ ਆ, ਪ੍ਰੋਮਿਨੈਂਸ ਦਿੱਤੀ ਹੈਗੀ ਆ ਰੈਦਰ ਦੈਨ ਕਿ ਕੁਆਲਿਟੀ ਲਈ। ਇਸੇ ਇਹਨਾਂ ਦੀਆਂ ਇਸੇ ਪਾਲਿਸੀਜ਼ ਕਰਕੇ
ਅੱਜ 9 ਮਿਲੀਅਨ ਤੋਂ ਉੱਪਰ ਜਿਹੜੇ ਮੇਰੇ ਵਰਗੇ ਜਾਂ ਮਨਵੀਰ ਤੁਹਾਡੇ ਵਰਗੇ ਸਿੱਖ ਨੇ, ਆਪਾਂ ਨੂੰ ਇਹ ਸਿੱਖ ਮੰਨਣ ਨੂੰ ਤਿਆਰ ਨੇ। ਇਹਨਾਂ ਨੇ ਡਿਸਇਨਫਰੈਂਚਾਈਜ਼ ਕਰਤਾ ਸਿੱਖ ਇਸ ਦੇ ਵਿੱਚ। ਸਿੱਖ ਫਿਲਾਸਫੀ ਇੱਕ ਲੋਕ ਗਾਥਾ ਸੀ, ਉੱਥੇ ਕੱਚ ਕੜਾ ਕਿਰਪਾਨ ਇੱਕ ਆਪਣਾ ਡਿਸਿਪਲਨ ਸੀ, ਪਰ ਉਹ ਕੋਈ ਸਾਡੇ ਤੇ ਇਹ ਨਹੀਂ ਸੀਗਾ ਕਿ ਕੋਈ ਚੀਜ਼ ਥੋਪੀ ਨਹੀਂ ਸੀ ਗਈ ਕਿ ਇਹ ਲਾਜ਼ਮੀ ਹੈ। ਪਰ ਇਹਨਾਂ ਨੇ 2016 ਦੇ ਵਿੱਚ ਗੁਰਦੁਆਰਾ ਰਿਫਾਰਮ ਐਕਟ ਵਿੱਚ ਉਹਦੇ 'ਚ ਇਹਨਾਂ ਨੇ ਤਬਦੀਲੀ ਲਿਆਂਦੀ ਹੈ ਥਰੂ ਇੰਡੀਅਨ ਪਾਰਲੀਮੈਂਟ। ਉਸ ਦੇ ਨਾਲ ਜਿਹੜੇ 15 ਮਿਲੀਅਨ ਸਿੱਖਸ ਨੇ ਪੰਜਾਬ ਵਿੱਚ, ਉਹਨਾਂ 'ਚੋਂ 9 ਮਿਲੀਅਨ ਪਲੱਸ ਨੂੰ ਇਹਨਾਂ ਨੇ ਡਿਸਇਨਫਰੈਂਚਾਈਜ਼ ਕਰਤਾ। ਹੁਣ ਇਹਨਾਂ ਦਾ ਜਿਹੜਾ ਇਹਨਾਂ ਦੀਆਂ ਪਾਲਿਸੀਜ਼ ਕਰਕੇ ਹੀ ਹਰਿਆਣੇ ਦੇ ਵਿੱਚ ਸੈਪਰੇਟ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਉਹਦੇ ਨਾਲ ਇਹਨਾਂ ਦਾ ਜੇ ਉਹ ਕੇਸ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਇੰਡੀਅਨ ਸੁਪਰੀਮ ਕੋਰਟ ਵਿੱਚ ਹੋ ਜਾਂਦਾ, ਜਿਹੜਾ ਕਿ ਬਹੁਤ ਚਾਂਸਿਸ ਨੇ, ਤਾਂ ਉਹਦੇ ਨਾਲ ਇਹਨਾਂ ਦਾ ਜਿਹੜਾ ਘੇਰਾ ਹੈਗਾ, ਇਹਨਾਂ ਦਾ ਇਨਫਲੂਐਂਸ ਦਾ ਹੈਗਾ, ਉਹ ਹੋਰ ਵੀ ਘਟ ਜਾਵੇ। ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਕੋਲ ਪਹਿਲੇ ਹੀ ਬਾਹਰ ਨਿਕਲ ਚੁੱਕੀ ਆ। ਉਹ ਟੋਟਲ ਪਾਰਟੀ ਨਹੀਂ, ਉਹਨਾਂ ਦੀ ਜਿਹੜੀ ਕਮੇਟੀ ਸੀ ਉਹਨਾਂ ਨੇ ਇਸ ਅਕਾਲੀ ਦਲ ਨੂੰ ਹੀ ਅਲਵਿਦਾ ਕਹਿਤਾ, ਤੇ ਇਹਨਾਂ ਲਈ ਉਹ ਬਰਾਬਰ ਦੀ ਪੈਰਲਲ ਫੋਰਸ ਬਣ ਕੇ ਉਹ ਪੰਜਾਬ 'ਚ ਉੱਭਰ ਰਹੇ ਨੇ। ਇਸ ਤਰ੍ਹਾਂ ਹੋਰ ਵੀ ਜਿਹੜੇ ਹੈਗੇ ਨੇ ਅਦਰ ਸੈਗਮੈਂਟਸ ਹੈਗੇ ਨੇ ਜਿਹੜੇ ਸਿੱਖ ਸੋਚ ਨਾਲ ਜੁੜੇ ਹੋਏ ਨੇ, ਉਹ ਵੀ ਇਹਨਾਂ ਨੂੰ ਚੈਲੰਜ ਕਰ ਰਹੇ ਨੇ। ਇਹਨਾਂ ਨੇ ਆਪਣੀਆਂ ਪਾਲਿਸੀਜ਼ ਦੇ ਵਿੱਚ ਕੋਈ ਚੇਂਜਸ ਨਹੀਂ ਲਿਆਂਦੀਆਂ ਗਈਆਂ। ਜੇ ਅੱਜ ਇਹ ਕਹਿ ਰਹੇ ਆ ਕਿ ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਦੁਬਾਰਾ ਸੰਗਠਿਤ ਕਰਾਂਗੇ, ਪਹਿਲੇ ਉਹਦਾ ਇਹ ਜਵਾਬ ਦੇਣਾ ਪਊਗਾ ਕਿ ਉਹਦੇ ਬਰਾਬਰ ਯੂਥ ਅਕਾਲੀ ਦਲ ਤੁਸੀਂ ਖੜਾ ਕਰਕੇ ਤੁਸੀਂ ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸੈਵਰਲ ਫੈਕਸ਼ਨਸ ਵਿੱਚ ਕਨਵਰਟ ਕੀਤਾ, ਤੇ ਉਸ ਤੋਂ ਬਾਅਦ ਉਹਦੀ ਅਹਿਮੀਅਤ ਜਿਹੜੀ ਸੀ ਉਹ ਬਿਲਕੁਲ ਜ਼ੀਰੋ ਹੋ ਗਈ। ਜਿਹੜੀ ਕਿ ਕਿਸੇ ਟਾਈਮ ਤੇ ਹਰਿਆਵਲਾ ਦਸਤਾ ਵਜੋਂ ਜਾਣੀ ਜਾਂਦੀ ਸੀ ਕਿ ਇੱਕ ਗਰੂਮਿੰਗ ਬੋਡੀ ਆ ਜਿਹਦੇ ਵਿੱਚੋਂ ਨਵੀਂ ਸਿੱਖ ਲੀਡਰਸ਼ਿਪ ਆਊਗੀ। ਸਿੱਖ ਸਟੂਡੈਂਟ ਫੈਡਰੇਸ਼ਨ 1946 ਵਿੱਚ ਬਣੀ ਸੀ, ਉਹਦਾ ਅਹਿਮ ਯੋਗਦਾਨ ਰਿਹਾ ਹੈਗਾ ਨੌਜਵਾਨੀ ਦੇ ਵਿੱਚ, ਪਰ ਉਹ ਅਹਿਮੀਅਤ ਇਹਨਾਂ ਨੇ ਘਟਾ ਦਿੱਤੀ। ਇਹ ਦੱਸਣ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਤਾਂ ਇਤਿਹਾਸ ਆ, ਯੂਥ ਅਕਾਲੀ ਦਲ ਕੋਲੇ ਕਿਹੜਾ ਇਤਿਹਾਸ ਸਿਰਜਿਆ। ਇਸੇ ਤਰ੍ਹਾਂ ਇਹਨਾਂ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਈ, ਜਿਹਦੇ ਵਿੱਚੋਂ ਗੈਂਗਸਟਰ ਕਲਚਰ ਆਇਆ। ਜਿਹੜਾ ਮਿੱਡੂ ਖੇੜੇ ਦਾ ਕਤਲ ਹੋਇਆ ਉਹ ਵੀ ਸੋਈ ਦਾ ਹੀ ਮੈਂਬਰ ਸੀ। ਜਿਹੜੇ ਬਾਕੀ ਵੀ ਉਸ ਚੀਜ਼ ਨਾਲ ਜੁੜੇ ਹੋਏ ਅਨੇਕਾਂ ਪੱਖ ਨੇ, ਉਹ ਉਸ ਸਰਕਲ 'ਚੋਂ ਆਏ ਆ। ਸਾਨੂੰ ਇਹ ਦੱਸਣ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚੋਂ ਕਿਹੜਾ ਗੈਂਗਸਟਰਿਜ਼ਮ ਆਇਆ। ਯੂਥ ਅਕਾਲੀ ਦਲ ਤੇ ਵੀ ਝਾਤ ਮਾਰ ਲੈਣੀ ਚਾਹੀਦੀ। ਜਿਹੜਾ ਇਹ ਕਹਿੰਦੇ ਆ ਕਿ 2 ਵਾਰੀ ਪ੍ਰਧਾਨ ਸਿਰਫ ਰਹਿ ਸਕਦਾ 5-5 ਸਾਲਾਂ ਲਈ, ਇਹਦਾ ਮਤਲਬ ਇਹਨਾਂ ਨੇ ਆਪਣੀ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸੀਟ 10 ਸਾਲ ਲਈ ਹੋਰ ਪੱਕੀ ਕਰ ਲਈ। ਇਹਨਾਂ ਨੂੰ ਰੀਆਰਗਨਾਈਜੇਸ਼ਨ ਦੀ ਲੋੜ ਆ, ਮੈਂ ਕਹਿੰਦਾ ਲੋੜ ਆ, ਪਰ ਆਪਣੇ ਰਵਾਇਤੀ ਕੁਨੇ ਛੱਡਣੇ ਪੈਣੇ। ਜੀ, ਮੈਂ ਤੁਹਾਨੂੰ ਇੱਥੇ ਇਹ ਗੱਲ ਨੂੰ ਪੁੱਛਣਾ ਚਾਹੁੰਦੀ, ਕਿਉਂਕਿ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਵਿੱਚ ਲੈ ਕੇ ਆਂਦਾ, ਕਿਉਂਕਿ ਮੇਰਾ ਸਵਾਲ ਵੀ ਸੀ ਤੁਹਾਡੇ ਲਈ ਅਗਲਾ, ਕਿ ਜਦੋਂ ਅਕਾਲੀ ਦਲ ਦੇ ਕੋਲ ਆਲਰੈਡੀ ਯੂਥ ਵਿੰਗ ਹੈਗਾ ਆ, ਯੂਥ ਅਕਾਲੀ ਦਲ ਹੈ, ਔਰ ਨਾਲ ਹੀ ਸੋਈ ਹੈ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ, ਤਾਂ ਉਹਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਚਾਹੇ ਉਹਨੂੰ ਆਪਾਂ ਆਲ ਇੰਡੀਆ ਕੱਟ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਕਹਿ ਦਈਏ ਇਸ ਸਮੇਂ, ਕੀ ਤੁਹਾਨੂੰ ਲੱਗਦਾ ਕਿ ਇਹ ਦੋਨੋਂ ਪੈਰਲਲ ਚੱਲ ਪਾਉਣਗੀਆਂ, ਜਾਂ ਇੱਥੇ ਅਕਾਲੀ ਦਲ ਇਹ ਨਹੀਂ ਐਕਸੈਪਟ ਕਰ ਰਿਹਾ ਦੈਟ ਦੇ ਹੈਵ ਟੈਰੀਬਲੀ ਫੇਲਡ? ਉਹਨਾਂ ਦੀ ਜਿਹੜੀ ਯੂਥ ਅਕਾਲੀ ਦਲ ਹੈ ਔਰ ਸੋਈ ਹੈ, ਉਹ ਦੋਨੋਂ ਇੱਕ ਫੇਲਡ ਆਰਗੇਨਾਈਜੇਸ਼ਨਸ ਆ, ਫੇਲਡ ਜਥੇਬੰਦੀਆਂ ਨੇ, ਇਸ ਕਰਕੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅਸੀਂ ਰਿਵਾਈਵ ਕਰ ਰਹੇ ਹਾਂ। ਨਾਲ ਹੀ ਪਲੀਜ਼ ਤੁਸੀਂ ਕਿਰਪਾ ਕਰਕੇ, ਕਿਉਂਕਿ ਤੁਸੀਂ ਉਸ ਸਮੇਂ ਨੂੰ ਵੇਖਿਆ ਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਪਤਾ ਲੱਗਦਾ ਹੈ ਕਿ ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਰੈਜ਼ੋਲੂਸ਼ਨ ਪਾਸ ਕਰਦੀ ਸੀ ਆਪਣੇ, ਉਹਨਾਂ ਨੂੰ ਹੀ ਅੱਗੇ ਐਸਜੀਪੀਸੀ ਫੋਲੋ ਕਰਦੀ ਸੀ, ਉਹਨਾਂ ਨੂੰ ਹੀ ਅਕਾਲੀ ਦਲ ਫੋਲੋ ਕਰਦਾ ਸੀ, ਕਿਉਂਕਿ ਬਹੁਤ ਵੱਡੀ ਜਮਾਤ, ਇੰਟੈਲੀਜੈਂਟ ਸਿੱਖ ਜਮਾਤ ਜਿਹੜੀ ਸੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਸੀ। ਪਰ ਸਿੱਖ ਸਟੂਡੈਂਟ ਫੈਡਰੇਸ਼ਨ 80ਵਿਆਂ ਤੋਂ ਬਾਅਦ ਇੱਕ ਉਸ ਵਾਇਲੈਂਟ ਦੌਰ ਦੇ ਵਿੱਚ ਇੱਕ ਭੂਮਿਕਾ ਨਿਭਾਉਂਦੀ ਆ, ਜਿਹਦੇ ਨਾਲ ਬਹੁਤਾਤ ਲੋਕ ਸਹਿਮਤ ਨਹੀਂ ਆ, ਔਰ ਕੁਝ ਸੈਕਸ਼ਨ ਏਦਾਂ ਦਾ ਜਿਹੜਾ ਸਹਿਮਤ ਵੀ ਆ। ਸੋ ਉਹਦੇ ਵਿੱਚੋਂ ਹੁਣ ਨਵੀਂ, ਮਤਲਬ ਉਸ ਇਮੇਜ ਨੂੰ ਨਾਲ ਲੈ ਕੇ ਹੁਣ ਅਕਾਲੀ ਦਲ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਕਿਵੇਂ ਇਨਕੋਰਪੋਰੇਟ ਕਰੇਗਾ ਅੱਜ ਦੇ ਮਾਹੌਲ ਦੇ ਹਿਸਾਬ ਦੇ ਨਾਲ? ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਨਾ, ਜਦੋਂ 1946 ਬਣੀ, ਇਹਨੂੰ ਇੱਕ ਨਰਸਰੀ ਵਜੋਂ ਡਿਵੈਲਪ ਕੀਤਾ ਸੀ। ਇਹਦਾ ਲੰਮਾ ਇਤਿਹਾਸ। ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਸਫਾਂ ਵਿੱਚੋਂ ਟੌਪ ਸਿਵਲ ਸਰਵੈਂਟਸ ਹੋਏ ਨੇ, ਜਿਨ੍ਹਾਂ ਨੂੰ ਆਪਾਂ ਬਿਊਰੋਕਰੈਟਸ ਕਹਿੰਦੇ ਹਾਂ, ਵਾਈਸ ਚਾਂਸਲਰਸ ਹੋਏ ਨੇ, ਜਿਨ੍ਹਾਂ ਦਾ ਐਸੋਸੀਏਸ਼ਨ ਰਹੀ ਹੈ ਸਿੱਖ ਸਟੂਡੈਂਟ ਫੈਡਰੇਸ਼ਨ। ਜਦੋਂ 1980s ਦਾ ਤੁਸੀਂ ਜ਼ਿਕਰ ਕਰਦੇ ਆ,
ਉਦੋਂ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਠੀਕ ਆ ਵਾਇਲੈਂਸ ਜੁੜੀ, ਪਰ ਬਹੁਤ ਪ੍ਰੋਡਕਟਿਵ ਮੈਨਰ ਦੇ ਵਿੱਚ ਉਹਨਾਂ ਨੇ ਪ੍ਰੈਗਮੈਟਿਕ ਸੋਚ ਵੀ ਰੱਖੀ ਸੀ ਨੌਜਵਾਨੀ ਦੀ। ਜਦੋਂ 1984 ਦਾ ਅਟੈਕ ਹੋਇਆ ਉਦੋਂ ਇਹਨਾਂ ਦਾ ਜਨਰਲ ਸੈਕਟਰੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਰਮਿੰਦਰ ਸੰਧੂ ਉਹ ਫੜਿਆ ਗਿਆ ਸੀ ਦਰਬਾਰ ਸਾਹਿਬ ਚੋਂ। ਉਹਨਾਂ ਨੇ ਕਿਉਂਕਿ ਸਰੈਂਡਰ ਕਰਤਾ ਸੀ ਅਲੋਂਗ ਵਿਦ ਦਾ ਅਕਾਲੀ ਦਲ ਲੀਡਰਸ਼ਿਪ। ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਸੀਗਾ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਉਹਨਾਂ ਨੇ ਸ਼ਹਾਦਤ ਪਾਈ ਸੀ ਦਰਬਾਰ ਸਾਹਿਬ ਦੇ ਵਿੱਚ। ਉਹ ਹਿੱਕ ਡਾਹ ਕੇ ਖੜੇ ਸੀ ਸੰਤ ਜਰਨੈਲ ਸਿੰਘ ਸ਼ਹੀਦ ਪਿੰਡਾਂ ਵਾਲਿਆਂ ਨਾਲ। ਇਸ ਕਰਕੇ ਇਹਨਾਂ ਦਾ ਮਾਨ ਮੱਤਾ ਇਤਿਹਾਸ ਆ। ਉਸ ਤੋਂ ਬਾਅਦ ਜਦੋਂ ਸਰ ਹਰਮਿੰਦਰ ਸਿੰਘ ਸੰਧੂ ਫੜਿਆ ਗਿਆ ਤਾਂ ਉਸ ਤੋਂ ਬਾਅਦ ਜਨਰਲ ਸੈਕਟਰੀ ਦੀ ਪੋਸਟ ਮੈਨੂੰ ਆਫਰ ਕੀਤੀ ਗਈ ਸੀ, ਪਰ ਮੈਂ ਕਦੀ ਉਸ ਸਫਾ ਦੇ ਵਿੱਚ ਆਇਆ ਨਹੀਂ ਕਿਉਂਕਿ ਮੇਰਾ ਮਿਸ਼ਨ ਅਲੱਗ ਸੀ। ਮੈਂ ਆਪਣਾ ਹੋਰ ਤਰ੍ਹਾਂ ਦਾ ਸੋਚ ਕੇ ਘਰੋਂ ਚੱਲਿਆ ਸੀਗਾ। ਸੋ ਉਸ ਟਾਈਮ ਤੇ ਮੈਂ ਇਹ ਐਕਸੈਪਟ ਨਹੀਂ ਸੀ ਕੀਤੀ ਚੀਜ਼। ਨਾ ਮੇਰਾ ਜ਼ਰੂਰ ਆਇਆ ਸੀ, ਅਖਬਾਰਾਂ 'ਚ ਵੀ ਆਇਆ ਸੀ, ਪਰ ਮੈਂ ਇਸ ਸਫਾ 'ਚ ਆਇਆ ਨਹੀਂ। ਪਰ ਮੈਂ ਜਦੋਂ 2004 'ਚ ਬਾਹਰ ਆ ਕੇ ਦੇਖਿਆ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਸਾਰੀ ਖਿੱਲਰ ਚੁੱਕੀ ਸੀ। ਨਾ ਇਹਨਾਂ ਨੇ ਅੱਡ ਅੱਡ ਫੈਕਸ਼ਨਸ ਦੇ ਵਿੱਚ ਆਪਣੇ ਨਾਮਾਂ ਤੇ ਇਹਨਾਂ ਨੇ ਫੈਡਰੇਸ਼ਨਸ ਬਣਾ ਲਈਆਂ ਸੀ ਅੰਡਰ ਦਾ ਇਨਫਲੂਐਂਸ ਆਫ ਸ਼੍ਰੋਮਣੀ ਅਕਾਲੀ। ਕਿਉਂਕਿ ਜਿਹੜੀ ਉਹ ਗੇਮ ਖੇਡੀ ਗਈ ਸੀ 1984 ਵੱਲੋਂ, ਜਿਹੜੀ ਸਰੈਂਡਰਡ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਥਾਟ ਸੀ, ਜਿਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹਰਚੰਦ ਸਿੰਘ ਲੰਗੋਵਾਲ ਦੇ ਨਾਲ ਸਰੈਂਡਰ ਕੀਤਾ ਸੀ 84 ਦੇ ਵਿੱਚ। ਉਹਨਾਂ ਦੀ ਲਸਟ ਸੀਗੀ ਫॉर ਪਾਵਰ, ਹੰਗਰ ਸੀਗੀ ਪਾਵਰ ਲਈ, ਗਰੀਡ ਸੀਗੀ ਪਾਵਰ ਲਈ। ਉਹਨਾਂ 'ਚੋਂ ਭਾਵਨਾ ਨਹੀਂ ਸੀ ਜਿਸ ਭਾਵਨਾ ਅਧੀਨ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ 1946 ਵਿੱਚ ਖੜਾ ਕੀਤਾ ਗਿਆ ਸੀ। ਜਿਨ੍ਹਾਂ ਦੇ ਪੂਰਨਿਆਂ ਤੇ ਚੱਲਦੇ ਟੌਪ ਸਿਵਲ ਸਰਵੈਂਟਸ ਹੋਏ ਨੇ, ਵਾਈਸ ਚਾਂਸਲਰਸ ਹੋਏ ਨੇ, ਤੇ ਭਾਈ ਅਮਰੀਕ ਸਿੰਘ ਸ਼ਹੀਦ ਨੇ ਸ਼ਹਾਦਤ ਦਿੱਤੀ। ਉਹ ਇੱਕ PhD ਦਾ ਗ੍ਰੈਜੂਏਟ ਸੀਗਾ, ਪੜ੍ਹਿਆ ਲਿਖਿਆ ਸਿੱਖ ਨੌਜਵਾਨ ਸੀਗਾ। ਉਸ ਨੇ ਜਦੋਂ ਉਹਦੇ ਅੱਗੇ ਪ੍ਰਿੰਸੀਪਲਸ ਦੀ ਲੜਾਈ ਆਈ, ਭਾਵੇਂ ਕਿਵੇਂ ਆਈ ਇੰਡੀਅਨ ਆਰਮੀ ਉੱਥੇ, ਦੈਟ ਇਜ਼ ਅ ਸੈਪਰੇਟ ਸਟੋਰੀ ਟੂ ਟਾਕ ਅਬਾਊਟ, ਪਰ ਉਹਨਾਂ ਨੇ ਉੱਥੇ ਪਿੱਠ ਨਹੀਂ ਦਿਖਾਈ। ਇਹ ਜਿਹੜੀ ਪਿੱਠ ਦਿਖਾ ਕੇ ਫੈਡਰੇਸ਼ਨ ਬਾਹਰ ਆਈ ਸੀ, ਇਹਨਾਂ ਨੇ ਆ ਕੇ ਪਾਵਰ ਗੇਮ ਖੇਡੀ ਆ। ਉਸ ਦੇ ਬਹੁਤ ਭਿਆਨਕ ਨਤੀਜੇ ਹੋਏ ਨੇ, ਜਿਹਦੇ ਕਰਕੇ ਅਸੀਂ ਇੱਕ ਨੌਜਵਾਨੀ ਨੂੰ ਇੱਕ ਬਹੁਤ ਨਰੋਈ ਜਥੇਬੰਦੀ ਤੋਂ ਹੱਥ ਧੋਣੇ ਪਏ ਨੇ। ਅਗਰ ਆਪਾਂ ਇਸ ਚੀਜ਼ ਨੂੰ ਐਵੇਂ ਵੀ ਦੇਖੀਏ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਪੂਰਾ ਉਹਨਾਂ ਦੀ ਜਿਹੜੀ ਅਥਾਰਟੀ ਹੈਗੀਆਂ ਨੇ ਉਹ ਫੀਲ ਕਰਦੀਆਂ ਨੇ ਕਿ ਉਹਨਾਂ ਦੀ ਯੂਥ ਅਕਾਲੀ ਦਲ ਤੇ ਸੋਈ ਬੈਟਰ ਪਰਫਾਰਮੈਂਸ ਦੇ ਨਹੀਂ ਪਾਈਆਂ ਪੰਥ ਦੇ ਹਿੱਤ ਵਿੱਚ ਕਹਿ ਲਈਏ ਜਾਂ ਪੰਜਾਬੀਅਤ ਦੇ ਹਿੱਤ ਵਿੱਚ। ਇਸ ਕਰਕੇ ਉਹ ਆਲ ਆਫ ਸਡਨ ਹੀ ਪਹਿਲਾਂ ਜਥੇਦਾਰ ਸਾਹਿਬ ਜੀ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਵਾਈਵ ਕੀਤਾ ਜਾਵੇ। ਹੁਣ ਇਹਦੇ ਵਿੱਚ 13 ਬਦਲਾਵਾਂ ਦੇ ਵਿੱਚ ਆ ਗਿਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਯੂਥ ਅਕਾਲੀ ਦਲ ਹੈ ਔਰ ਸੋਈ ਹੈ, ਦੇ ਆਰ ਨਾਟ ਪਰਫਾਰਮਿੰਗ ਅਪ ਟੂ ਦਾ ਮਾਰਕ ਜਿੱਥੋਂ ਤੱਕ ਅਕਾਲੀ ਦਲ ਦੇ ਵਿੱਚ ਹੋ ਕੇ ਉਹਨਾਂ ਨੂੰ ਪਰਫਾਰਮ ਕਰਨਾ ਚਾਹੀਦਾ ਸੀ? ਜਿਹੜਾ ਪ੍ਰੈਜ਼ੈਂਟ ਸਿਨੈਰੀਓ ਹੈ ਨਾ ਪੰਜਾਬ ਦਾ, ਇਹਦੇ ਵਿੱਚ ਜਿਹੜੇ ਇਸ ਸਾਲ ਤੱਕ ਹੁਣ ਤੱਕ ਵੀਜ਼ਾਸ ਆਏ ਨੇ ਵੈਸਟਰਨ ਵਰਲਡ ਦੇ 3,60,000 ਕੈਨੇਡੀਅਨ ਵੀਜ਼ਾ ਲੱਗਿਆ, 1,60,000 ਦੇ ਕਰੀਬ ਇੰਗਲੈਂਡ ਦਾ ਵੀਜ਼ਾ ਲੱਗਿਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ ਮੇਰੇ ਕੋਲ ਫਿਗਰਸ ਹੈ ਨਹੀਂ ਹੈ। ਉਹਦੇ ਵਿੱਚ 40% ਪੰਜਾਬ ਦਾ ਯੂਥ ਆ। ਇਹ ਸੋਚਣ ਵਾਲੀ ਤਾਂ ਆਹ ਗੱਲ ਆ ਕਿ ਸਾਡੇ ਯੂਥ ਦਾ ਕਿਉਂ ਮੋਹ ਪੰਜਾਬ ਨਾਲੋਂ ਭੰਗ ਹੋ ਗਿਆ। ਉਹਦੇ ਕਈ ਰੀਜ਼ਨਸ ਨੇ। ਉਹਦੇ ਲਈ ਪੋਲੀਟੀਕਲ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ 15 ਸਾਲ ਰਾਜ 'ਚ ਰਹੀ ਆ ਆਫਟਰ 97। ਕੀ ਇਹ ਓਪਰਚੁਨਿਟੀਜ਼ ਪੈਦਾ ਨਹੀਂ ਕਰ ਸਕੀਆਂ ਸਿੱਖ ਯੂਥ ਲਈ, ਪੰਜਾਬ ਦੇ ਯੂਥ ਲਈ, ਕਿ ਜਿਹੜਾ ਆਪਣੀ ਰੂਹ ਨੂੰ ਪੰਜਾਬ ਨਾਲੋਂ ਤੋੜਨਾ ਚਾਹੁੰਦਾ। ਇੱਥੇ ਵੈਸੇ ਵੀ ਜਿਹੜੇ ਲੋਕਾਂ ਦੀ ਰੂਹ ਜਿਹੜੀ ਆ ਗਵਾਚ ਗਈ। ਇਸ ਤਰ੍ਹਾਂ ਦੇ ਨੈਰੇਟਿਵਸ ਇੱਥੇ ਬਿਲਡ ਅਪ ਕੀਤੇ ਗਏ, ਵਾਅਦੇ ਕੁਛ ਹੋਰ ਕੀਤੇ ਗਏ 97 ਦੇ ਵਿੱਚ ਕਿ ਅਸੀਂ ਪੰਜਾਬ ਦੀ ਜੋ ਦਰਦ ਨੌਜਵਾਨੀ ਨੇ ਝੱਲਿਆ ਅਸੀਂ ਉਹਦੇ ਤੇ ਮਲਮ ਲਾਵਾਂਗੇ, ਜਦ ਕਿ ਇਹਨਾਂ ਨੇ ਪਿੱਠ ਦਿਖਾਈ। ਇਹਨਾਂ ਨੇ ਸੁਪਰੀਮ ਕੋਰਟ 'ਚ ਜਾ ਕੇ ਐਫੀਡੇਵਿਟਸ ਦਿੱਤੇ ਇਸੇ ਪ੍ਰਧਾਨ ਸਾਹਿਬ ਦੀ ਸਰਕਾਰ ਵੇਲੇ ਕਿ ਜਿਹੜੇ ਸਿੱਖ ਬੰਦੀਆਂ ਬਾਰੇ ਹੁਣੇ ਰੌਲਾ ਪਾ ਰਹੇ ਰਿਹਾਈ, ਜਿਹਦੇ ਲਈ ਸਪੈਸ਼ਲ ਸੈਸ਼ਨ SGPC ਨੇ 2 ਦਿਨ ਪਹਿਲੇ ਸੱਦਿਆ, ਉਹਦੇ ਕੱਲ ਹੀ ਖਤਮ ਹੋਇਆ ਸੈਸ਼ਨ। ਉਹਦੇ ਵਿੱਚ ਇਹ ਗੱਲ ਉਠਾਈ ਗਈ ਕਿ ਅਸੀਂ ਬਹੁਤ ਸੁਹਿਰਦ ਹਾਂ, ਵੀ ਆਰ ਵੈਰੀ ਸੀਰੀਅਸ ਕਿ ਅਸੀਂ ਬੰਦੀ ਸਿੱਖ ਚੜਾਉਣੇ ਆ। ਪਰ ਉਹ ਵੀ ਗੱਲ ਕਰਨ ਕਿ ਜਦੋਂ ਐਫੀਡੇਵਿਟ ਸੁਪਰੀਮ ਕੋਰਟ 'ਚ ਦਿੱਤੇ ਸੀ ਕਿ ਜਿਨ੍ਹਾਂ ਸਿੱਖ ਬੰਦੀਆਂ ਦੀ ਇਹ ਗੱਲ ਕਰਦੇ ਆ, ਜੇ ਇਹਨਾਂ ਦੀਆਂ ਜੇਲ੍ਹ ਟਰਾਂਸਫਰਸ ਹੋ ਜਾਂਦੀਆਂ ਨੇ, ਦੂਰ ਦਰਾਡੇ ਤੋਂ ਜੇ ਪੰਜਾਬ 'ਚ ਆ ਜਾਂਦੇ ਨੇ, ਤਾਂ
ਇਹਦਾ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ। ਇਹਨਾਂ ਨੇ ਜਦੋਂ ਜੀਰੇ ਹੁਣ ਲਾਸਟ ਪੇਸ਼ੀ ਭੁਗਤੀ ਆ ਜਿਹੜੇ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹ ਇੱਕ ਮਾਈਨਰ ਕੇਸ ਜਿਹਨਾਂ ਨੇ ਪੇਸ਼ੀ ਭੁਗਤੀ ਆ, ਉੱਥੇ ਇਹਨਾਂ ਨੇ ਬਿਆਨ ਦਿੱਤਾ ਬਹੁਤ, ਜਿਹੜਾ ਕਿ ਬਹੁਤ ਤਰਸ ਆਉਂਦਾ ਇਸ ਬਿਆਨ ਨੂੰ ਦੇਖ ਕੇ, ਕਿ ਇਹਨਾਂ ਨੇ ਜਿਹੜਾ ਦੌਰ ਸੀਗਾ 1980 ਵਾਲਾ, ਉਹਦੇ ਬਾਰੇ ਇਹਨਾਂ ਨੇ ਇਹ ਕਿਹਾ ਕਿ ਜਿਹੜੀ ਪ੍ਰੈਜ਼ੈਂਟ ਪੰਜਾਬ ਦੀ ਗਵਰਨਮੈਂਟ ਆ, ਇਹ ਸਾਨੂੰ ਦੁਆਰਾ ਟੈਰਰਿਜ਼ਮ ਦੇ ਦੌਰ ਵਿੱਚ ਧੱਕ ਰਹੀ ਹੈ। ਇਹ ਜਿਹੜੀ ਟਰਮ ਆ, ਕੀ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਰਸਨਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ? ਕੀ ਇਹ 1984 ਜਾਂ ਜਦ ਦਾ ਧਰਮ ਯੁੱਧ ਮੋਰਚਾ ਚੱਲਿਆ ਟੂ ਦੀ ਪ੍ਰੈਜ਼ੈਂਟ ਕਲਮੀਨੇਸ਼ਨ ਜਦੋਂ 96 ਚ ਹੋਈ ਸਿੱਖ ਸਟਰਗਲ ਦੀ, ਉਸ ਦਾ ਦੌਰ ਨੂੰ ਇਹ ਕੀ ਟੈਰਰਿਜ਼ਮ ਦਾ ਪੀਰੀਅਡ ਮੰਨਦੇ ਆ ਕਿ ਸਿੱਖ ਸਟਰਗਲ ਦਾ ਪੀਰੀਅਡ ਮੰਨਦੇ ਆ? ਜਦ ਕਿ ਜਿੱਦਣ ਇਹ ਜੀਰੇ ਗਏ ਆ ਉਦੋਂ ਇਹਨਾਂ ਨੂੰ ਸੰਮਨ ਆਏ ਹੋਏ ਸੀਗੇ ਕੋਟਕਪੂਰਾ ਦੀ ਜਿਹੜੀ ਗੋਲੀ ਕਾਂਡ ਬਾਰੇ SIT ਬਣੀ ਆ ਕਿ ਉਹਦੇ ਸਾਹਮਣੇ ਪੇਸ਼ ਹੋ। ਇਹਨਾਂ ਨੇ ਉਹਨੂੰ ਆਪਣੀ ਜ਼ਿੰਮੇਵਾਰੀ ਨੂੰ ਛੱਡ ਕੇ ਇਹਨਾਂ ਨੇ ਜੀਰੇ ਆਉਣ ਨੂੰ ਤਰਜੀਹ ਦਿੱਤੀ ਆ, ਜਿਹੜੀ ਕਿ ਸ਼ੋਅ ਕਰਦੀ ਆ ਕਿ ਇਹ ਕੁਛ ਲੁਕੋ ਰਹੇ ਨੇ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮਨਵੀਰ ਕਿ ਜਿਹੜਾ ਬਗਰਾੜੀ 'ਚ ਇੰਸੀਡੈਂਟ ਹੋਇਆ, ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਰੋਲੇ ਗਏ, ਬੁਰਜ ਜਵਾਹਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੱਕੀ, ਜਿਹੜੀ ਉਹਦੀ ਇਨਵੈਸਟੀਗੇਸ਼ਨ ਬੰਦੇ ਕਰ ਰਹੇ ਸੀ, ਉਸ ਟੀਮ ਦੇ ਮੈਂਬਰ ਮੈਨੂੰ ਮਿਲੇ ਨੇ। ਉਹਨਾਂ ਨੇ ਆ ਕੇ ਹੁਣ ਮੈਨੂੰ ਉਹ ਜਿਹੜਾ ਚੀਜ਼ਾਂ ਦਾ ਮੈਨੂੰ ਬਹੁਤ ਚਿਰ ਤੋਂ ਸ਼ੱਕ ਸੀਗਾ ਕਿ ਜੋ ਦੱਸਿਆ ਜਾ ਰਿਹਾ ਉਹ ਸੱਚ ਨਹੀਂ ਹੈਗਾ, ਕਿਸੇ ਨੇ ਉਹ ਤਫਤੀਸ਼ ਰੋਕੀ ਆ। ਉਹਨਾਂ ਨੂੰ CBI ਨੂੰ ਇਸ ਕਰਕੇ ਦਿੱਤੀ ਗਈ ਜਦ ਕਿ ਉਦੋਂ ਮੇਰੀ ਸੁਖਬੀਰ ਬਾਦਲ ਨਾਲ ਗੱਲ ਵੀ ਹੋਈ ਆ। ਮੈਂ ਉਹਨਾਂ ਨੂੰ, ਮੇਰੇ ਨਾਲ ਭਾਈ ਜਸਵੀਰ ਸਿੰਘ ਰੋਡੇ ਵੀ ਸੀ, ਮੈਂ ਬੜਾ ਵੇਹਮੈਂਟਲੀ ਕਿਹਾ ਸੀ ਕਿ CBI ਨੂੰ ਇਹ ਜਾਂਚ ਨਾ ਦਿਓ, ਕਿਉਂਕਿ CBI ਨੇ ਅੱਜ ਤੱਕ ਸਿੱਖ ਕੌਮ ਨੂੰ ਕੋਈ ਇਨਸਾਫ ਦਿੱਤਾ ਨਹੀਂ ਤੇ ਸਾਨੂੰ ਕੋਈ ਟਰਸਟ ਨਹੀਂ ਹੈਗਾ। ਈਵਨ ਸੁਪਰੀਮ ਕੋਰਟ ਇੰਡੀਆ ਦੀ ਕਹਿ ਚੁੱਕੀ ਆ ਕਿ CBI ਜਿਹੜੀ ਹੈਗੀ ਹੈ ਗਵਰਨਮੈਂਟ ਦਾ ਪੈਰਟ ਆ। ਤੇ ਇਹਨਾਂ ਨੇ ਪਰ ਜਾਂਚ ਨੂੰ ਲਮਕਾਉਣ ਲਈ ਜਿਹੜੇ ਆਫੀਸਰਸ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹ ਕਹਿੰਦੇ ਸੀ ਵੀ ਅਸੀਂ ਤਹਿ ਤੱਕ ਪਹੁੰਚ ਗਏ ਸੀ, ਬਾਬਾ ਜੀ ਦੀ ਬੀੜ ਵੀ ਇਹਨਾਂ ਨੇ ਰਿਕਵਰ ਕਰ ਲਈ ਸੀ, ਭਾਵੇਂ ਉਹ ਟੋਰਨ ਅਪ ਸੀ, ਪਰ ਉਹ ਹੈ ਕਿੱਥੇ ਆ ਬੀੜ? ਇਹਨਾਂ ਨੇ ਉਸ ਚੀਜ਼ ਤੇ ਪਰਦਾ ਪਾਇਆ। ਜਦੋਂ CBI ਆਈ, CBI ਨੇ ਵੀ ਜੋ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਉਹਨਾਂ ਨੂੰ, ਪੰਜਾਬ ਪੁਲਿਸ ਦੇ, ਇਹਨਾਂ ਨੇ ਉਸ ਟੀਮ ਦੇ ਉੱਤੇ ਜਿਹੜੀ ਪੰਜਾਬ ਪੁਲਿਸ ਸੀ, ਇਹਨਾਂ ਨੇ ਆਪਣਾ ਚਹੇਤਾ ਅਫਸਰ ਲਾਇਆ ਜਿਹੜਾ ਕਿ DIG ਵਜੋਂ ਰਿਟਾਇਰ ਹੋਇਆ, ਉਹਨੂੰ ਰਿਟਾਇਰ ਹੋਇਆ ਤਾਂ ਉਹਨੇ ਆਪਣੇ ਬੇਟੇ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਾਉਣਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ। ਇਹ ਡੀਪ ਕਨਸਪੀਰੇਸੀ ਹੋਈ ਆ ਉਹਦੇ ਵਿੱਚ। ਉਸ ਤੋਂ ਬਾਅਦ ਪਤਾ ਨਹੀਂ ਉਹ ਬੀੜ ਗਈ ਕਿੱਥੇ। ਇਹ ਵੀ ਕਿਹਾ ਜਾਂਦਾ ਕਿ ਸ਼ਾਇਦ ਜਦੋਂ 7 ਬੀੜਾਂ ਸ਼ਹੀਦਾਂ ਗੁਰਦੁਆਰੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਦਾ ਜਿਹੜਾ ਸਥਾਨ ਆ, ਉੱਥੇ ਕੋਈ ਜਦੋਂ ਸੜੀਆਂ, ਉੱਥੇ ਇਹਨਾਂ ਦਾ ਛਾਪਾਖਾਨਾ ਹੈਗਾ, ਉਹਦੇ ਵਿੱਚ ਹੀ ਉਹਨਾਂ ਨੂੰ ਖਪਤ ਕਰ ਦਿੱਤਾ ਗਿਆ, ਜਿਹੜੇ ਉਹ ਬਚੀ ਹੋਈ ਬਾਬਾ ਜੀ ਦਾ ਸਰੂਪ ਸੀ। ਉਸ ਤੋਂ ਬਾਅਦ ਜਿਹੜਾ ਉੱਥੇ ਉਦੋਂ ਤਫਤੀਸ਼ ਦੀ ਟੀਮ ਨੇ ਜਦੋਂ ਗੁਰਦੇਵ ਸਿੰਘ ਨੂੰ ਚੱਕ ਲਿਆ ਸੀ, ਜਿਹਦੀ ਕਰਿਆਨੇ ਦੀ ਦੁਕਾਨ ਸੀ ਉਹਦੇ ਸਾਹਮਣੇ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਆ, ਉਹਦੀ ਰੈਗੂਲਰ ਇਨਵੈਸਟੀਗੇਸ਼ਨ ਹੋਈ, ਪਰ ਉਹਨੂੰ ਇਨਵੈਸਟੀਗੇਸ਼ਨ ਨੂੰ ਰੋਕਦੇ ਰਹੇ। ਉਹਦੀ CBI ਨੇ ਵੀ ਇਨਵੈਸਟੀਗੇਸ਼ਨ ਕੀਤੀ ਤਾਂ CBI ਨੂੰ ਵੀ ਸ਼ੱਕ ਹੋਇਆ ਕਿ ਇੱਥੇ ਕੜੀ ਜੁੜਦੀ ਆ। ਉਹਨਾਂ ਦਾ ਕੋਈ ਸ਼ੁਕਲਾ ਸੀਗਾ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀਗਾ। ਇਹਨਾਂ ਨੇ ਉਸ ਨੂੰ ਸ਼ਾਮ ਨੂੰ ਛੱਡਤਾ ਦਬਾਅ ਥੱਲੇ। ਜਦੋਂ ਘਰੇ ਆਇਆ ਉਹਨੇ ਆ ਕੇ ਲੋਕਾਂ ਨੂੰ ਦੱਸਿਆ ਕਿ ਮੇਰੇ ਤੇ ਦਬਾਅ ਬਹੁਤ ਆ, ਜੇ ਮੇਰੇ ਤੇ ਜ਼ਿਆਦਾ ਦਬਾਅ ਪਿਆ ਮੈਂ ਸਭ ਕੁਝ ਦੱਸ ਦੇਣਾ। ਉਹਦਾ ਅਗਲੇ ਦਿਨ ਕਤਲ ਹੋ ਗਿਆ। ਜਦੋਂ ਉਹਨੇ ਇਨਵੈਸਟੀਗੇਸ਼ਨ ਜਾਣ ਤੋਂ ਪਹਿਲੇ ਉਹਨੂੰ ਮਾਰ ਦਿੱਤਾ ਗਿਆ। ਉਹਦੀ ਘਰ ਵਾਲੀ ਨੂੰ ਜਿਹੜਾ ਸੀ ਪੁਲਿਸ ਨੇ ਆਪਣੀ ਦੇਖ ਰੇਖ ਥੱਲੇ ਲੈ ਲਿਆ ਅੰਡਰ ਦੀ ਕਮਾਂਡ ਆਫ DIG। ਉਸ ਨੂੰ ਇਸ ਵੇਲੇ ਪੁਲਿਸ ਵਿੱਚ ਭਰਤੀ ਕੀਤਾ ਹੋਇਆ। ਉਹਨਾਂ ਨੂੰ 10 ਲੱਖ ਰੁਪਇਆ ਦਿੱਤਾ ਗਿਆ ਤਾਂ ਕਿ ਉਹ ਬੋਲੇ ਨਾ। ਇਹ ਚੀਜ਼ਾਂ ਦੀ ਤਹਿਕੀਕਾਤ ਹੋਣੀ ਚਾਹੀਦੀ। ਮੈਂ CM ਭਗਵੰਤ ਮਾਨ ਨੂੰ ਵੀ ਕਹਿਣਾ ਕਿ ਉਹ ਆਫੀਸਰਸ ਨੂੰ ਬੁਲਾਇਆ ਜਾਵੇ। ਉਹ ਅੱਜ ਵੀ ਦਾਅਵਾ ਕਰਦੇ ਨੇ ਕਿ ਸਾਡੇ ਤੋਂ ਗਵਾਹੀ ਕਦੀ ਲਈ ਨਹੀਂ ਗਈ। ਜੇ ਸਾਨੂੰ ਬੁਲਾਉਣਗੇ ਤਾਂ ਅਸੀਂ ਖੁੱਲ੍ਹ ਕੇ ਦੱਸਾਂਗੇ, ਕਿਉਂਕਿ ਅਸੀਂ ਹੈ ਤਾਂ ਸਿੱਖ ਕੌਮ ਦੇ ਵਿੱਚ ਸ਼ਾਮਲ। ਸਿੱਖ ਕੌਮ ਸਿੱਖਾਂ ਦੇ ਘਰੇ ਜੰਮੇ ਆ, ਸਾਨੂੰ ਦਰਦ ਹੈ ਇਸ ਚੀਜ਼। ਉਹਨਾਂ 'ਚੋਂ ਇੱਕ ਪ੍ਰੀ ਮੈਚੋਰ ਰਿਟਾਇਰਮੈਂਟ ਲੈ ਚੁੱਕਿਆ, ਦੂਜਾ ਵੈਸੇ ਰੈਗੂਲਰ ਰਿਟਾਇਰ ਹੋ ਚੁੱਕਿਆ। ਮੈਂ ਇਹਨੂੰ ਕਾਊਂਟਰ ਚੈੱਕ ਕੀਤਾ ਇਸ ਗੱਲ ਨੂੰ। ਇਸ ਚੀਜ਼ ਦਾ ਪਹਿਲੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜਵਾਬ ਦੇਣ ਸਿੱਖ ਕੌਮ ਨੂੰ ਕਿ ਇਹ ਜਿਹੜਾ ਵਰਤਾਰਾ ਹੋਇਆ, ਜਿਸ ਤਰ੍ਹਾਂ ਇਹਨਾਂ ਨੇ ਟਾਈਮ ਪਾਸ ਕਰਨਾ ਚਾਹਿਆ, ਜਦੋਂ ਬਾਬਾ ਜੀ ਦੀ ਬੀੜ ਦੇ ਅੰਗ ਗਲੀਆਂ ਤੇ ਰੋਲੇ ਗਏ, ਉਸ ਤੋਂ ਬਾਅਦ ਗੋਲੀ ਚੱਲੀ, 2 ਸਿੰਘ ਸ਼ਹੀਦ ਹੋਏ, ਫਿਰ ਕੋਟਕਪੂਰੇ ਗੋਲੀ ਚੱਲੀ, ਉਹਦੇ ਆਰਡਰਸ ਕਿਹਨੇ ਦਿੱਤੇ ਸੀ? ਕਿਉਂ ਇਹਨਾਂ ਦੇ ਲੋਕਲ MLA ਕਾਲੇ ਸੀ ਕਿ ਸਬੂਤ ਨੂੰ ਫੁਰਦ-ਬੁਰਦ ਕਰ ਦਿੱਤਾ ਜਾਵੇ? ਕਿਉਂ ਇਹਨਾਂ ਦਾ SGPC ਮੈਂਬਰ ਕਾਲਾ ਸੀ?
उस इलाके का। ये भी दसना पऊगा कि उदों क्यों नहीं जनरल इजलास सैशन सद्या गया SGPC का, इदों वड्डा की सवाल है। उदों क्यों नहीं जथेदार अकाल तख्त साहब बोलते, जे हुण इन्हां नूं कन्वर्शन का फिक्र लग रहा, मैं कहना बड़ी अनफॉर्चुनेट स्टेटमेंट है जथेदार अकाल तख्त साहब की। इत्थे कोई कन्वर्शन का डर नहीं हैगा। जे कोई अपने किसी लोभ लालच जिमें दोष ला रहा, मैं नहीं मानता इस गल। जे कोई कौम नूं छड्डना चाहुंदा तो इदां दे लोभी असीं करने भी की है, पर उहदी तह ते जाना पऊगा कि क्यों लोकी आपां नूं छड्ड के जा रहे। आपां मलूके दी घटना देख लो, हुणे थोड़े दिन पहले वापरी आ, तीज दा फंक्शन सीगा, उत्थे पूरा गुरसिख बंदा स्टेज तो कह रहा कि जिहड़े तुसीं आए हैगे आ दलित समाज चों, तुहाडे लई प्लेटां वखरियां लगियां होईयां, टेबल वखरे लगे होए आ, तुसीं साडे नाल जिहड़ा आम जनता हैगी, आम सिख ने जिहड़े उच्चियां जातां दे ने, उन्हां नाल तुसीं नहीं रल मिल सकदे, ना उन्हां नाल नच सकदे, ना स्टेज ते आ सकदे, ना साडे नाल बर्तन साझे कर सकदे। अज इन्ने कई गुरुद्वारे ने जिथे लोकां नूं एक प्रदर्शन करने पे, रोस दिखाने पे कि जिहड़े विचारे छोटियां जातां दे उत्थे ग्रंथी सी, उन्हां नूं देग वरताउण दा हक नहीं। ये अज वरतारा पंजाब च वरतिया। किन्ने किन्ने गुरुद्वारे ने जातां दे आधार ते। SGPC विच रिजर्वेशन कित्थों आई 1956 तो बाद, वो कौन लैके आया? ये किद्दां मान लीए जिस सिख कौम का फलसफा बाबे नानक ने बुनिया सी, जिहड़ा उन्होंने जनेऊ पाउण तो ना कीता सी, ते नौवीं पातशाही ने उसे जनेऊ की राखी लई, मानवता की राखी लई अपना बलिदान भी दिता सी। ये उस कौम दे असीं हैगे आ, उस कौम नूं असीं रैप्रजेंट करदे हां। तां ही मेरी वाइफ ने गल उठाई सी कि आपां पुराणियां साखियां अपने प्रचारक सुणाउंदे रहिंदे गुरुद्वारिਆਂ 'ਚ, कदी अज दे युग की भी गल करो ना, अज दे युग बारे दसो कि जिहड़ा फलसफा गुरु साहब ने बुनिया सी, वो फलसफे की जिहड़ी जात पात के खिलाफ बुनिया गया सी, वो अज फलसफा कित्थे खड़ा? अपने बारे आइनस्टाइन हुणी कहंदे आ, इमैनुअल कंट वर्गे नामी शख्सियतां कहंदियां ने कि जे दुनिया विच कोई चानण मनारे वाली फलसफी हैगा तो वो सिख फिलोसफी। ਹੁਣ ਆਪਾਂ ਕਿੱਥੇ ਖੜੇ ਆ? ਇਹਨਾਂ ਨੂੰ ਵਿਚਾਰਨ ਵਾਲੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਘਟਨਾ ਦਾ, ਬਾਈਬਲ ਕਲਾਂ ਵਾਲੀ ਦਾ, ਬਗਰਾੜੀ ਦਾ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਚੋਰੀ ਹੋਣ ਦਾ ਤੇ ਉਹਦੀ ਇਨਵੈਸਟੀਗੇਸ਼ਨ ਦਾ ਜਵਾਬ ਸਿੱਖ ਪੰਥ ਨੂੰ ਦੇਣਾ ਪਊਗਾ। ਅੱਜ ਦੇ ਦੋ ਤਾਂ ਚੰਗਾ, ਆਪਣੀਆਂ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ। जी जी ਐਜ਼ ਹੋਮ ਮਿਨਿਸਟਰ ਮੈਂ ਨਹੀਂ ਮੰਨ ਸਕਦਾ ਕਿ ਇਹਨਾਂ ਨੂੰ ਇਹ ਤਫਤੀਸ਼ ਦਾ ਪਤਾ ਨਾ ਹੋਵੇ। जी मतलब कि बेअदबी का मुद्दा हजे भी इन्हां दा पिछा नहीं छड्ड रहा। इट्स अ बिग ऑब्सटैकल हजे भी अकाली दल के रिवाइवल दे विच, क्योंकि संगत दे विच, पंजाबी लोक मनां दे विच, पंजाबी वोटरां दे विच क्लैरिटी नहीं है इस चीज़ नूं लैके। मैं तुहाडे तो क्रिश्चियनिटी दे मसले ते एक सवाल इत्थे पुछना, पर नाल ही तुसीं पहला जो गल कीती कि PR लैण दे लई असीं भज्जे जा रहे हैं, साडे विद्यार्थी बन के बच्चे जा रहे हैं, वापस नहीं आ रहे, नाल ब्रेन ड्रेन आ, नाल ही साडा पैसा भी जा रहा, नाल नौजवानी जा रही। ਇਹਦੇ 'ਚ ਇੱਕ ਤੁਸੀਂ ਮੈਨੂੰ ਇੱਕ ਵਾਰੀ ਬਹੁਤ ਵਧੀਆ ਗੱਲ ਸੁਣਾਈ ਸੀ, ਉਹ ਸੀ ਜਨਰਲ ਸੁਬੇਗ ਸਿੰਘ ਦੇ ਬੇਟੇ ਦੀ, ਕਿੱਦਾਂ ਉਹਨਾਂ ਨੇ PR ਲਈ ਸੀ। ਮੈਂ ਉਹ ਵੀ ਇਹਦੇ ਵਿੱਚ ਜ਼ਰੂਰ ਚਾਹਾਂਗੀ ਤੁਹਾਨੂੰ ਕਿ ਤੁਸੀਂ ਇਨਕਲੂਡ ਕਰਨਾ, ਪਰ ਮੈਂ ਪਹਿਲਾਂ ਜੋ ਮੁੱਦੇ ਨਾਲ ਜੁੜਿਆ ਇੱਥੇ ਸਵਾਲ ਇਹ ਹੈ ਕਿ ਕ੍ਰਿਸਚੀਅਨਿਟੀ ਦਾ ਪ੍ਰਸਾਰ ਰੋਕਣ ਦੇ ਲਈ ਕਹਿ ਲਓ, ਜਾਂ ਸਿੱਖੀ ਦਾ ਧਰਮ ਪ੍ਰਚਾਰ ਕਰਨ ਦੇ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਖੋਲ੍ਹਿਆ। ਉਸ ਤੋਂ ਬਾਅਦ ਆ ਕੇ 2 ਘਟਨਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਵੈਂਡੇਲਾਈਜ਼ ਕੀਤਾ ਜਾਂਦਾ ਚਰਚ ਨੂੰ। ਦੇਖੋ ਜੀ, ਹੈ ਤਾਂ ਉਹ ਵੀ ਬੇਅਦਬੀ, ਐਬਸੋਲਿਊਟਲੀ ਬੇਅਦਬੀ ਆ ਉਹਨਾਂ ਦੇ ਧਾਰਮਿਕ ਪਲੇਸ ਦੀ। ਔਰ ਨਾਲ ਹੀ ਇੱਕ ਜਿੱਥੇ ਲੋਕਾਂ ਦਾ ਕੋਈ ਪ੍ਰੋਗਰਾਮ ਚੱਲ ਰਿਹਾ ਸੀ, ਉਹਦੇ ਵਿੱਚ ਭੰਨ ਤੋੜ ਕੀਤੀ ਗਈ ਆ। ਤੁਸੀਂ ਇਸ ਮਾਹੌਲ ਨੂੰ ਵੱਡੇ ਕੰਟੈਕਸਟ ਦੇ ਵਿੱਚ ਕਿਵੇਂ ਦੇਖਦੇ ਹੋ? ਕਿਉਂਕਿ ਸਿੱਖਾਂ ਦੇ ਵਿੱਚ ਇੱਕ ਹੈਗਾ ਪੁਆਇੰਟ ਕਿ ਬਹੁਤ ਛੇਤੀ ਆਪਾਂ ਕਹਿ ਦਿੰਦੇ ਹਾਂ ਸਟੇਟ ਕਰਾ ਰਹੀ ਆ, ਇਹ ਕੋਈ ਕਰਾ ਰਿਹਾ। ਹੁਣ ਤੁਸੀਂ ਇਹਦੇ ਪਿੱਛੇ ਕੀ ਦੇਖ ਰਹੇ ਹੋ ਕਿ ਇਹਨੂੰ ਕੋਈ ਬਾਹਰਲੀਆਂ ਤਾਕਤਾਂ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ, ਫਿਰਕੂ ਜਿਹੜਾ ਉਹ ਡਿਸਹਾਰਮਨੀ ਕ੍ਰੀਏਟ ਕਰਨ ਲਈ ਕਰ ਰਹੇ ਆ, ਕਿ ਇਹਦੇ ਪਿਛਲੀਆਂ ਕੌਣ ਨੇ ਉਹ ਜਥੇਬੰਦੀਆਂ ਜਿਨ੍ਹਾਂ ਨੇ ਐਡਾ ਵਾਇਲੈਂਟ ਤਰੀਕੇ ਦੇ ਨਾਲ ਮੂੰਹ ਬੰਨ ਕੇ ਆਪਣਾ ਫੇਸ ਕਵਰ ਕਰਕੇ ਕੁਝ ਕੀਤਾ? ਤੁਸੀਂ ਕਿਵੇਂ ਵੇਖਦੇ ਹੋ ਇਹਨੂੰ? ਦੇਖੋ, ਜਦੋਂ ਬੁਰਜ ਜਵਾਹਰ ਸਿੰਘ ਵੇਲੇ ਚੋਰੀ ਹੋਈ ਆ, ਉਸ ਤੋਂ ਪਹਿਲੇ ਦਾ ਤੁਸੀਂ ਵਰਤਾਰਾ ਦੇਖੋ, ਉਦੋਂ ਵੀ ਇੱਦਾਂ ਦਾ ਭੜਕਾਊ ਮਾਹੌਲ ਸੀਗਾ, ਕਲੈਸ਼ਿਸ ਹੋ ਰਹੇ ਸੀਗੇ, ਕਿਉਂਕਿ ਉਸ ਟਾਈਮ ਦੀ ਸਟੇਟ ਗਵਰਨਮੈਂਟ ਨੇ ਇੱਕ ਇਸ ਤਰ੍ਹਾਂ ਦੀ ਕੰਟਰੋਵਰਸ਼ੀਅਲ ਮੂਵੀ ਨੂੰ ਰਿਲੀਜ਼ ਕਰਨਾ ਚਾਹੁੰਦੇ ਸੀ ਪੰਜਾਬ 'ਚ, ਜਿਹਦੇ ਬਾਰੇ ਸਿੱਖ ਕੌਮ ਨੂੰ ਇਤਰਾਜ਼ ਸੀ।
क्योंकि वो जुड़ी हुई सी सरसा साहब दे सरसा जिहड़ा डेरा उहदे साथ दे नाल, क्योंकि उहदे नाल विवाद चल रहा सी सिख कौम दा बहुत देर तो। कदी उन्हें गुरु गोबिंद सिंह दा स्वांग रचाया, वो परचा इन्हां ने कैंसल कराया। वो मैं तुहानूं दस्सिया सी ना भी इंडिया दी जिहड़ी पॉलिटिक्स ना, इट्स ए मार्केट प्लेस ऑफ नंबरस। ਇਹਦੇ ਵਿੱਚ ਡਿਫਰੈਂਟ ਇਕੁਏਸ਼ਨਸ ਲਾਈਆਂ ਜਾਂਦੀਆਂ ਨੇ ਵਿਦ ਨਿਊਮਰਸ ਕੈਲਕੂਲੇਸ਼ਨਸ, ਤਾਂ ਕਿ ਰਿਜ਼ਲਟਸ ਨੂੰ ਵੇਰੀ ਕੀਤਾ ਜਾਵੇ। ਅਲਟੀਮੇਟਲੀ ਐਂਡ ਰਿਜ਼ਲਟ ਕੀ ਆ ਪਰ ਸਭ ਦਾ? ਪਾਵਰ, ਹੰਗਰ ਫॉर ਪਾਵਰ, ਗਰੀਡ ਫॉर ਪਾਵਰ ਐਂਡ ਨੋ ਕੰਸਰਨ ਫॉर द ਪੀਪਲ। ਲੋਕਾਂ ਦੇ ਲਈ ਕੁਛ ਨਹੀਂ ਹੈ, ਸਿਰਫ ਇਹਨਾਂ ਨੂੰ ਸੱਤਾ ਦੀ ਭੁੱਖ ਆ, ਜਿਹਦੇ ਕਰਕੇ ਇਦਾਂ ਦੇ ਵਰਤਾਰੇ ਹੋਏ। ਉਹਦਾ ਰਿਜ਼ਲਟ ਨਿਕਲਿਆ ਬੁਰਜ ਜਵਾਹਰ ਸਿੰਘ ਵਾਲਾ ਉਸ ਟਾਈਮ ਤੇ। ਸੈਕੰਡ ਜਿਹੜਾ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੇ ਅੱਜ ਤੋਂ 1.5 ਮਹੀਨਾ ਪਹਿਲੇ ਕਿ 2 ਮਹੀਨੇ ਪਹਿਲੇ ਇਹ ਕਾਲ ਦਿੱਤੀ ਸੀ ਯੂਥ ਨੂੰ ਕਿ ਤੁਸੀਂ ਆਰਮਡ ਹੋ, ਆਰਮ ਲਾਇਸੈਂਸ ਲਓ। ਉਹਨਾਂ ਨੇ 5 ਉਦੋਂ ਖਤਰੇ ਜਤਾਏ ਸੀ। ਮੇਨ ਖਤਰਾ ਇਹ ਸੀ, ਇੱਕ ਵੀ ਆਪ ਨੂੰ ਕ੍ਰਿਸਚੀਅਨਿਟੀ ਦੀ ਜਿਹੜੀ ਹੈਗੀ ਕਨਵਰਸ਼ਨ, ਇਹਦੇ ਬਾਰੇ ਉਹਨਾਂ ਨੇ ਖਾਦਸਾ ਜਤਾਇਆ ਸੀ। ਬੜੀ ਇਰਰਿਸਪੋਂਸੀਬਲ ਸਟੇਟਮੈਂਟ ਸੀ। ਮੈਂ ਉਹਦਾ ਪੁਆਇੰਟ ਬਾਏ ਪੁਆਇੰਟ ਇੱਕ ਟੀਵੀ ਚੈਨਲ ਦੇ ਵਿੱਚ ਉਹਦਾ ਰਿਬਟਲ ਦਿੱਤਾ ਸੀ ਕਿ ਸਾਨੂੰ ਸੋਚ ਦੀ ਲੋੜ ਆ ਅੱਜ ਦੇ ਯੁੱਗ ਵਿੱਚ, ਨਾ ਕਿ ਸਾਨੂੰ ਆਰਮਸ ਦੀ ਲੋੜ ਆ। ਜੇ ਆਰਮਸ ਦੇ ਨਾਲ ਦੁਨੀਆ ਜਿੱਤੀ ਜਾ ਸਕਦੀ ਹੁੰਦੀ, ਜੇ ਸਿਕਿਉਰ ਹੁੰਦੀ, ਤਾਂ ਰਸ਼ੀਆ ਨੂੰ ਯੂਕਰੇਨ 'ਚ ਜਾਣਾ ਨਹੀਂ ਸੀ ਪੈਣਾ। ਇਹ ਤਾਜ਼ਾ ਐਗਜ਼ਾਮਪਲ। ਜੇ ਆਰਮਸ ਦੇ ਨਾਲ ਕਬਜ਼ੇ ਰੱਖੇ ਜਾ ਸਕਦੇ ਸੀ, ਆਪਣੇ ਪਰਛਾਵੇਂ ਵਧਾਏ ਜਾ ਸਕਦੇ ਸੀ, ਤਾਂ ਅਮਰੀਕਾ ਨੇ ਕਦੀ ਅਫਗਾਨਿਸਤਾਨ 'ਚੋਂ ਜਾਣਾ ਨਹੀਂ ਸੀ। ਉਹਨਾਂ ਨੂੰ ਇਰਾਕ 'ਚੋਂ ਕਿਤੇ ਵਾਪਸ ਹਟਣਾ ਨਹੀਂ ਸੀ ਪੈਣਾ। ਬਰਲਿਨ ਵਾਲ ਕਦੀ ਡਿੱਗਣੀ ਨਹੀਂ ਸੀ। ਉਹ ਕੋਈ ਹਥਿਆਰਾਂ ਨਾਲ ਨਹੀਂ ਡਿੱਗੀ, ਲੋਕਾਂ ਦੀ ਸੋਚ ਨਾਲ ਡਿੱਗੀ। ਇਸ ਚੀਜ਼ ਦਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ। ਜੇ ਇੱਦਾਂ ਦੀਆਂ ਅਟਰੈਸ਼ਨਸ ਕਰ ਰਹੇ ਨੇ, ਇੱਦਾਂ ਦੇ ਬਿਆਨ ਉਹ ਦੇ ਰਹੇ ਨੇ, ਉਹਦੇ ਨਾਲ ਜਿਹੜਾ ਹੈਗਾ ਇੱਥੇ ਸੈਕਟੇਰੀਅਨ ਐਂਗਲ ਦਾ ਇਸ਼ੂ ਉੱਠ ਜਾਣਾ। ਜੇ ਕਿਸੇ ਦੀਆਂ ਜਾ ਕੇ ਤੁਸੀਂ ਚਰਚਾਂ ਢਾਓਗੇ, ਤਾਂ ਕੱਲ੍ਹ ਨੂੰ ਫਿਰ ਆਪਾਂ ਨੂੰ ਵੀ ਸੋਚਣਾ ਪਊਗਾ ਕਿ ਆਪਣੇ ਗੁਰਦੁਆਰਾ ਸਾਹਿਬ ਮਹਿਫੂਜ਼ ਨੇ। ਫਿਰ ਕੀ ਆਨਸਰ ਦੇਊਗੀ ਸਿੱਖ ਕੌਮ? ਮੈਂ ਪਹਿਲੇ ਵੀ ਇਹ ਜ਼ਿਕਰ ਕੀਤਾ ਸੀ ਕਿ ਜਦੋਂ ਪੋਪ ਚੁਣਿਆ ਜਾਂਦਾ, ਕੈਥੋਲਿਕ ਚਰਚ ਦਾ ਹੈੱਡ ਆ ਜਿਹੜਾ, ਉਹਦੀ ਕੋਖ ਕੀਤੀ ਜਾਂਦੀ ਆ, ਉਹਦੀ ਹਿਸਟਰੀ ਜਾਣੀ ਜਾਂਦੀ ਆ, ਉਹਦੇ ਇਤਿਹਾਸ ਬਾਰੇ ਜਾਣਿਆ ਜਾਂਦਾ ਕਿ ਜਦੋਂ ਉਹ ਸਮਾਜਿਕ ਜੀਵਨ ਵਿੱਚ ਵਿਚਰ ਰਿਹਾ ਸੀ ਬਿਫੋਰ ਬਿਕਮਿੰਗ ਪੋਪ, ਜਾਂ ਉਹਦੇ ਲਈ ਐਲੀਜੀਬਲ ਹੋਵੇ, ਕਿ ਉਹਨੇ ਜਦੋਂ ਉਹਦੇ ਲੋਕਾਂ 'ਤੇ ਕੋਈ ਦੁੱਖ ਦਰਦ ਆਇਆ ਜਾਂ ਕਿਸੇ ਤਰ੍ਹਾਂ ਦਾ ਸਟੇਟ ਰਿਪਰੈਸ਼ਨ ਹੋਇਆ, ਤਾਂ ਉਦੋਂ ਉਹ ਕਿੱਥੇ ਖੜਾ ਸੀ, ਉਹ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ ਰਿਹਾ ਸੀ, ਉਹਦੀ ਹਿਸਟਰੀ ਕੀ ਆ। ਤੁਸੀਂ ਸਾਰੇ ਪੋਪਸ ਦੀ ਹਿਸਟਰੀ ਦੇਖ ਲਓ, ਇਹ ਤੁਹਾਡੇ ਸਾਹਮਣੇ ਆ ਜਾਊਗਾ। ਫਿਰ ਲੰਮੀ ਬਹਿਸ ਹੁੰਦੀ ਆ, ਕਾਲਜੀਅਮ ਬੈਠਦਾ, ਕਾਰਡਨਲਸ ਬੈਠਦੇ ਨੇ, ਉਹ ਡਿਸਾਈਡ ਕਰਦੇ ਕਿ ਹੂ ਇਜ਼ ਦਾ ਮੋਸਟ ਸੂਟੇਬਲ ਗੈਂਡ। ਕੀ ਇਹ ਸਾਡੇ ਵਿੱਚ ਮੈਂ ਨਹੀਂ ਕਹਿੰਦਾ ਕਿ ਕ੍ਰਿਸਚੀਅਨਿਟੀ ਵਾਲੀ ਪ੍ਰਥਾ ਰਚਾਓ, ਪਰ ਐਟਲੀਸਟ ਕੋਈ ਜਨਰਲ ਸਿੱਖ ਪਬਲਿਕ ਵਿੱਚ ਸਾਨੂੰ ਪਤਾ ਤਾਂ ਹੋਵੇ ਕਿ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਕੀ ਹਿਸਟਰੀ ਆ, ਉਹਨਾਂ ਦਾ ਇਤਿਹਾਸ ਕੀ ਆ। ਅਸੀਂ ਜਥੇਦਾਰ ਕਿਰਪਾਲ ਸਿੰਘ ਵਰਗੇ ਵੀ ਦੇਖੇ ਆ, ਜਿਨ੍ਹਾਂ ਨੇ 1984 ਦੇ ਆਰਮੀ ਅਟੈਕ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਖੜ ਕੇ ਝੂਠ ਬੋਲਿਆ ਸੀ। ਉਹਨਾਂ ਨੂੰ ਫਿਕਰ ਸੀ ਕਿ ਕੋਠਾ ਸਾਹਿਬ ਠੀਕ ਠਾਕ ਆ। ਉਹਨਾਂ ਨੂੰ ਇਹ ਨਹੀਂ ਬੋਲਿਆ ਕਿ ਆਹ ਦੇਖੋ ਸਾਡਾ ਅਕਾਲ ਤਖਤ ਸਾਹਿਬ ਦਾ ਕੀ ਹਾਲ ਆ, ਕਿਵੇਂ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਵੱਜੀਆਂ ਨੇ, ਕਿਵੇਂ ਸਾਡੀਆਂ ਪ੍ਰਕਰਮਾਂ ਲਾਸ਼ਾਂ ਨਾਲ ਭਰੀਆਂ ਹੋਈਆਂ ਸੀ। ਇਹ ਇਸ ਤਰ੍ਹਾਂ ਦੇ ਜਥੇਦਾਰ ਨਹੀਂ ਸਾਨੂੰ ਚਾਹੀਦੇ। ਨਾ ਭੜਕਾਟ ਪੈਦਾ ਕਰੋ ਜਿਹਦੇ ਨਾਲ ਕਿ ਵਾਇਲੈਂਟ ਰਿਐਕਸ਼ਨਸ ਹੋਣਗੇ। ਮੈਂ ਕੰਡੈਮ ਕਰਦਾ ਜੋ ਚਰਚ ਦਾ ਇੰਸੀਡੈਂਟ ਹੋਇਆ, ਉਸ ਤੋਂ ਪਹਿਲੇ ਵੀ ਜੋ ਵਾਇਲੈਂਟ ਕਲੈਸ਼ ਹੋਇਆ, ਜਿਨ੍ਹਾਂ ਦੀ ਹੁਣ ਰਿਹਾਈ ਜਥੇਦਾਰ ਅਕਾਲ ਤਖਤ ਸਾਹਿਬ ਮੰਗ ਰਿਹਾ। ਕੀ ਆਪਾਂ ਕੋਈ ਇੱਥੇ ਗੈਂਗਸਟਰਿਜ਼ਮ ਦੇ ਨਾਲ ਐ ਕਨਵਰਸ਼ਨ ਰੋਕ ਲਾਂਗੇ? ਜਿਹੜੇ ਤੁਸੀਂ ਆਪਣੇ ਇੰਸਟੀਟਿਊਸ਼ਨਸ ਵੱਲ ਦੇਖੋ, ਜੇ ਤੁਹਾਡੇ ਕੋਲ ਮਾਈਨੋਰਿਟੀ ਸਟੇਟਸ ਚਲਾ ਗਿਆ, ਜਿਹਦਾ ਸੁਪਰੀਮ ਕੋਰਟ 'ਚੋਂ ਕੇਸ ਫੈਸਲੇ ਤੇ ਖੜਾ, ਤਾਂ ਤੁਹਾਡੇ ਜਿਹੜੇ ਸਿੱਖ ਇੰਸਟੀਟਿਊਸ਼ਨ ਦੇ ਵਿੱਚ 50% ਦਾ ਕੋਟਾ ਪੰਜਾਬ 'ਚ, ਉਹ ਤੁਹਾਡੇ ਹੱਥੋਂ ਨਿਕਲ ਜਾਣਾ। ਇਹਦੇ ਲਈ ਸਪੈਸ਼ਲ ਸੈਸ਼ਨ ਸੱਦੋ। ਮੈਂ ਕਹਿੰਦਾ ਬੰਦੀ ਸਿੱਖਾਂ ਦਾ ਕੇਸ ਨੂੰ ਪਹਿਲੇ ਲੀਗਲੀ ਸਟੱਡੀ ਕਰੋ। ਮੇਰੀ ਜੱਜਮੈਂਟ ਵਿੱਚ ਜੱਜ ਨੇ ਲਿਖਿਆ ਹੋਇਆ ਸੀ ਕਿ ਦੋ ਆਈ ਐਮ ਕਨਵਿਕਟਡ ਬਟ ਹੀ ਇਜ਼ ਨਾਟ ਏ ਕ੍ਰਿਮੀਨਲ, ਹੀ ਇਜ਼ ਏ ਵੈਲ ਰਿਫਾਰਮਡ ਐਂਡ ਮਤਲਬ ਕਿ ਐਜੂਕੇਟਡ ਗਾਏ। ਤੇ ਮੇਰੀ ਰਿਕਮੈਂਡ ਕੀਤੀ ਸੀ ਉਹਨੇ ਸਟੇਟ ਗਵਰਨਮੈਂਟ ਨੂੰ ਕਿ ਇਹਦੀ ਰਿਲੀਜ਼ ਜਿੰਨੀ ਛੇਤੀ ਹੋ ਸਕਦੀ ਆ, ਉਹਦੇ ਬਾਰੇ ਰਿਵਿਊ ਬੋਰਡ ਨੂੰ ਸੋਚਣਾ ਚਾਹੀਦਾ। ਤੇ 3 ਦਿਨਾਂ ਬਾਅਦ ਉਹ ਜੱਜ ਮੈਨੂੰ ਜੇਲ੍ਹ 'ਚ ਮਿਲਣ ਵੀ ਆਇਆ ਸੀ। ਪ੍ਰੈਜ਼ੈਂਟਲੀ ਹੀ ਇਜ਼ ਜਸਟਿਸ ਇਨ ਦਾ ਦਿੱਲੀ ਹਾਈ ਕੋਰਟ। ਜੇ ਕਿਸੇ ਨੇ ਚੈੱਕ ਕਰਨਾ, ਚੈੱਕ ਵੀ ਕਰ ਸਕਦੇ। ਇਹ ਤਾਂ ਜੇਲ੍ਹ ਰੈਕਰਡਸ 'ਚ ਵੀ ਗੱਲਾਂ ਨੇ।
मतलब कि उन्हां दियां जजमेंट स्टडी करो की रैकमेंडेशनस ने किवें उन्हां दे बारे आपां नूं परसू कीता जा सकदा। आर्टिकल 142 ਦੇ ਥੱਲੇ ਇੰਡੀਅਨ ਸੁਪਰੀਮ ਕੋਰਟ ਕੋਲੇ ਪਾਵਰ ਆ ਕਿ ਉਹ ਕਿਸੇ ਨੂੰ ਰਿਲੀਜ਼ ਕਰ ਸਕਦੀ ਹੈ ਜੇਲ੍ਹ ਚੋਂ, ਭਾਵੇਂ ਕਿੰਨੀ ਟਰਮ ਰਹਿੰਦੀ ਹੋਵੇ ਜਾਂ ਕਿੰਨੀ ਟਰਮ ਉਹ ਕੱਟ ਚੁੱਕਿਆ ਹੋਵੇ। ਕਿਉਂਕਿ ਇਹ ਗੱਲ ਜਦੋਂ ਉਹਨਾਂ ਨੇ ਰਾਜੀਵ ਗਾਂਧੀ ਦੇ ਇੱਕ ਕਨਵਿਕਟ ਨੂੰ ਛੱਡਿਆ, ਉਦੋਂ ਇਹ ਗੱਲ ਉਹਨਾਂ ਨੇ ਆਪਣੀ ਜੱਜਮੈਂਟ 'ਚ ਲਿਖੀ ਸੀ ਕਿ ਅੰਡਰ ਦਾ ਪਾਵਰਸ ਵੈਸਟਡ ਇਨ ਅਸ, ਅੰਡਰ ਆਰਟੀਕਲ 142 ਅਸੀਂ ਉਹਨੂੰ ਪੀਰਾਵਲ ਨੂੰ ਰਿਲੀਜ਼ ਕਰਦੇ। ਇਹ ਚੀਜ਼ਾਂ ਸਟੱਡੀ ਕਰਨੀਆਂ ਚਾਹੀਦੀਆਂ ਨੇ ਰੈਦਰ ਦੈਨ ਕਿ ਇਹਨੂੰ ਇੱਕ ਗਿਮਿਕਸ ਵਜੋਂ ਵਰਤਣਾ। ਆਪਣੀ ਜਿਹੜੀ ਤੁਹਾਡੀ ਡਿੱਗ ਚੁੱਕੀ ਸ਼ਾਖ ਆ ਉਹ ਐ ਨਹੀਂ ਬਣਨੀ, ਉਹ ਤਾਂ ਬਣੂਗੀ ਜੇ ਬੁਰਜ ਜਵਾਹਰ ਸਿੰਘ ਦਾ ਜੋ ਇਨਵੈਸਟੀਗੇਸ਼ਨਸ ਹੋਈਆਂ ਨੇ ਉਹਨਾਂ ਬਾਰੇ ਕਲੀਅਰਲੀ ਪਬਲਿਕ ਦੇ ਵਿੱਚ ਮੰਨਣਾ ਪਊਗਾ ਕਿ ਸਾਡੇ ਤੋਂ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗਸ ਹੋਈਆਂ ਨੇ, ਕੋਈ ਫਾਲਟ ਲਾਈਨਸ ਅਮਰਜ ਕੀਤੀਆਂ ਨੇ ਜਿਹਦੇ ਬਾਰੇ ਅੱਜ ਵੀ ਬਗਰਾੜੀ ਰੋਸ ਵਜੋਂ ਸਿੱਖ ਸੰਗਤ ਬੈਠੀ ਆ। ਜੀ ਕੁਕੀ ਗਿੱਲ ਜੀ, ਤੁਸੀਂ ਬੰਦੀ ਸਿੰਘਾਂ ਦੇ ਮੁੱਦੇ ਤੇ ਵੈਸੇ ਉਹ ਗੱਲ ਕਹੀ ਕਿ ਜਿਹੜੀ ਕਿ ਲੀਗੈਲਿਟੀ ਨੂੰ ਧਿਆਨ ਰੱਖਣਾ ਚਾਹੀਦਾ, ਉਹ ਜ਼ਰੂਰਤ ਹੈ। ਅਦਰਵਾਈਜ਼ ਉਹਨੂੰ ਇੱਕ ਧਾਰਮਿਕ ਐਂਗਲ ਤੋਂ ਔਰ ਇੱਕ ਪੋਲੀਟੀਕਲ ਐਂਗਲ ਤੋਂ ਦੇਖਿਆ ਜਾ ਰਿਹਾ, ਲੀਗਲ ਜਿਹੜੀ ਬੈਕਗਰਾਉਂਡ ਉਹਨੂੰ ਪਿੱਛੇ ਰੱਖਿਆ ਜਾ ਰਿਹਾ। ਲੇਕਿਨ ਇੱਥੇ ਇੱਕ ਗੱਲ ਮੈਂ ਤੁਹਾਨੂੰ ਨਿੱਜੀ ਤੌਰ ਤੇ ਪੁੱਛਣਾ ਚਾਹੁੰਦੀ ਹਾਂ, ਚਾਹੇ ਤੁਹਾਨੂੰ ਜੇ ਨਹੀਂ ਸਹੀ ਲੱਗਾ ਤੁਸੀਂ ਜਵਾਬ ਸਕਿਪ ਕਰ ਸਕਦੇ ਹੋ, ਕਿ ਤੁਹਾਡੇ ਨਾਲ ਇੱਕ ਉਹ ਵਿਕਟਿਮ ਪਰਿਵਾਰ ਦੀ ਵੀ ਸਪੋਰਟ ਆ ਗਈ ਸੀ, ਪਰ ਇੱਕ ਕਿਤੇ ਨਾ ਕਿਤੇ ਤੁਹਾਡੇ ਨਾਲ ਉਹ ਜਿਹੜਾ ਪਰਿਵਾਰ ਸੀ ਉਹ ਅੰਡਰਸਟੈਂਡ ਕੀਤਾ ਉਹਨਾਂ ਨੇ ਕਿ ਉਹ ਹਾਲਾਤ ਕੀ ਸੀ। ਤੁਹਾਡੇ ਨਾਲ ਉਹਨਾਂ ਦੀ ਉਹ ਬੈਠਿਆਂ ਦੀ ਇੰਟਰਵਿਊ ਅੱਜ ਵੀ YouTube ਤੇ ਪਈ ਹੋਈ ਆ, ਆਪਾਂ ਇੱਕ ਡਾਕੂਮੈਂਟਰੀ ਤੁਹਾਡੇ ਤੇ ਬਣੀ, ਉਹਦੇ 'ਚ ਦੇਖਿਆ ਉਹ ਪੂਰੀ ਸਿੰਪਥੀ ਦੇ ਨਾਲ ਤੁਹਾਡੇ ਨਾਲ ਬੈਠੇ ਹੋਏ ਨੇ, ਬਿਕੋਜ਼ ਸ਼ੀ ਅੰਡਰਸਟੂਡ ਕਿ ਉਹਦੇ ਫਾਦਰ ਦੀ ਡੈਥ ਹੋਈ ਤਾਂ ਇਹਦੇ ਪਿੱਛੇ ਇੱਕ ਕਾਰਨ ਸੀ। ਪਰ ਜਿਹੜੇ ਹੁਣ ਆਪਣੇ ਬੰਦੀ ਸਿੰਘ ਨੇ, ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਨੀ, ਉਹਦਾ ਕੰਮ ਕਿ SGPC ਤੋਂ ਆਪਾਂ ਨਹੀਂ ਕਰ ਸਕਦੀ ਜਾਂ ਆਪਾਂ ਬਹੁਤ ਜ਼ਿਆਦਾ ਉਮੀਦ ਲਾ ਰਹੇ ਹਾਂ, ਜਾਂ ਇੱਥੇ ਉਹਨਾਂ ਦੇ ਪਰਿਵਾਰਾਂ ਨੂੰ ਵਿੱਚ ਲੈਣਾ ਜ਼ਰੂਰੀ ਨਹੀਂ ਹੈ? ਵੈਸੇ ਤਾਂ ਲੀਗਲੀ ਇਹ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਕਿ ਜਿਹੜਾ ਵਿਕਟਮ ਆ ਉਹਦੀ ਕੰਸੈਂਟ ਲਈ ਜਾਵੇ ਬਿਫੋਰ ਯੂ ਰਿਲੀਜ਼ ਏ ਕਨਵਿਕਟਡ ਪਰਸਨ ਜਿਹੜਾ ਉਸ ਵਿਕਟਮ ਦੀ ਉਸ ਸਟ੍ਰੈਟਜੀ ਨਾਲ ਜੁੜਿਆ ਹੈ। ਪਰ ਮੇਰੇ ਕੇਸ ਵਿੱਚ ਗਵਰਨਮੈਂਟ ਨੇ ਸ਼ਰਤ ਲਾਈ ਸੀ ਕਿ ਜਦ ਤੱਕ ਅਵੰਤਿਕਾ ਮਾਕਨ ਤੇਰੇ ਨਾਲ ਐਗਰੀ ਨਹੀਂ ਕਰਦੀ ਅਸੀਂ ਤੈਨੂੰ ਰਿਲੀਜ਼ ਨਹੀਂ ਕਰ ਸਕਦੇ। ਉਹ ਮੈਂ ਤਾਂ ਉਹਨੂੰ ਕੋਈ ਸੀਕ ਆਊਟ ਨਹੀਂ ਕੀਤਾ, ਉਹ ਬਾਈ ਚਾਂਸ ਕਿਸੇ ਪ੍ਰੈਸ ਰਿਪੋਰਟਰ ਨੇ ਸਾਡੀ ਆਪਸ ਮੁਲਾਕਾਤ ਕਰਾਈ ਐਂਡ ਵੀ ਅੰਡਰਸਟੂਡ ਈਚ ਅਦਰ। ਜਦੋਂ ਮੈਂ ਉਹਨਾਂ ਦੇ ਘਰੇ ਸਰਸੇ ਪਹਿਲੀ ਵਾਰੀ ਗਿਆ ਤਾਂ ਮੇਰੇ ਤੇ ਫੁੱਲਾਂ ਦੀ ਬਾਰਿਸ਼ ਕੀਤੀ ਸੀ, ਡਾਕੂਮੈਂਟਡ। ਮੈਨੂੰ ਉਹਨਾਂ ਨੇ ਸਾਰੇ ਘਰ ਨੇ ਉੱਥੋਂ ਦੇ ਸਾਰੇ ਇਲਾਕੇ ਨੇ ਮੇਰੀ ਵੈਲਕਮ ਕੀਤੀ ਸੀ। ਮੇਰੀ ਅੱਜ ਵੀ ਉਹਦੇ ਨਾਲ ਪੂਰੀ ਅੰਡਰਸਟੈਂਡਿੰਗ ਆ ਬੰਤਿਕਾ ਮਾਕਨ ਨਾਲ। ਇਹ ਵਿਸ਼ਵਾਸ ਜਿੱਤਣੇ ਪੈਂਦੇ। ਮੈਂ ਕਹਿੰਦਾ ਠੀਕ ਆ ਜੇ ਰਵਨੀਤ ਬਿੱਟੂ ਹੁਣਾਂ ਨੂੰ ਜਾਂ ਬਿੱਟੇ ਹੁਣਾਂ ਨੂੰ ਕੋਈ ਤਕਲੀਫ ਆ ਤਾਂ ਉਹ ਉਹਦਾ ਨਾਲ ਕੋਈ ਗੱਲ ਤਾਂ ਕਰੇ ਕੋਈ SGPC ਵਾਲਾ ਜਾ ਕੇ, ਜੋ ਕਿ ਆਪਾਂ ਨੂੰ ਆਬਸਟੈਕਲਸ ਲੱਗ ਰਹੀਆਂ ਨੇ। ਕਿਉਂਕਿ ਸਿੱਖਾਂ ਲਈ ਯਾਰਡ ਸਟਿਕਸ ਡਿਫਰੈਂਟ ਹੈ। ਤੁਹਾਡੇ ਸਾਹਮਣੇ ਬਿਲਕਿਸ ਬਾਨੋ ਕੇਸ ਵਿੱਚ ਹੁਣੇ ਰਿਲੀਜ਼ ਹੋਈ ਹੈ ਕਿ ਬਿਲਕਿਸ ਬਾਨੋ ਤੋਂ ਕੰਸੈਂਟ ਲਈ ਗਈ ਸੀ? ਨਹੀਂ। ਲੇਕਿਨ ਬੰਦੀ ਸਿੰਘਾਂ ਦਾ ਕੇਸ ਬਹੁਤ ਸਟਰੋਂਗ ਹੋ ਜਾਏਗਾ ਅਗਰ ਉਹ ਵਿਕਟਿਮ ਪਰਿਵਾਰ ਵੀ ਰਿਲੀਜ਼ ਦੇ ਵਿੱਚ ਨਾ ਲਾਉਣ ਸੰਘਰਸ਼ 'ਚ। ਇਹਦੇ ਲਈ ਬਿਲਕੁਲ ਫਰਕ ਪਊਗਾ। ਜਦੋਂ ਅਵੰਤਿਕਾ ਮੈਨੂੰ ਮਿਲੀ ਆ ਉਸ ਤੋਂ ਬਾਅਦ ਹੀ ਪ੍ਰਿੰਕਿਆ ਗਾਂਧੀ ਜਾ ਕੇ ਨਲਿਨੀ ਨੂੰ ਤਾਮਿਲਨਾਡੂ 'ਚ ਮਿਲ ਕੇ ਆਈ ਸੀ, ਜਿਹੜੇ ਕਿ ਰਾਜੀਵ ਗਾਂਧੀ ਕੇਸ ਵਿੱਚ ਜਿਨ੍ਹਾਂ ਨੂੰ ਸਜ਼ਾ ਹੋਈ। ਤੇ ਇਹਨਾਂ ਨੇ ਆਪਣਾ ਹੁਣ ਵੀ ਜਦੋਂ ਪੈਰੀਵਲਨ ਦੀ ਜਿਹੜਾ ਉਹ ਬੰਦਾ ਰਿਲੀਜ਼ ਹੋਇਆ ਰਾਜੀਵ ਗਾਂਧੀ ਕੇਸ, ਇਹਨਾਂ ਨੇ ਉਹਨੂੰ ਵੈਲਕਮ ਕੀਤਾ ਗਾਂਧੀ ਪਰਿਵਾਰ ਨੇ, ਉਹਦੇ ਬਾਰੇ ਕੋਈ ਇਹਨਾਂ ਨੇ ਰੋਸ ਨਹੀਂ ਜਤਾਇਆ। ਕਿਉਂਕਿ ਉਹ ਐਕਸੈਪਟੈਂਸ ਜਿਹੜੀ ਪੋਲੀਟੀਕਲ ਈਵੈਂਟਸ ਹੋਈਆਂ ਨੇ ਸਮੇਂ ਦੇ ਨਾਲ ਉਸ ਚੀਜ਼ ਦੇ ਕਿਉਰ ਲੱਭਣੇ ਚਾਹੀਦੇ, ਉਹਨਾਂ ਦੇ ਜਵਾਬ ਲੱਭਣੇ ਚਾਹੀਦੇ ਆ ਰੈਦਰ ਦੈਨ ਕਿ ਜਸਟ ਉਹਨਾਂ ਨੂੰ ਇੱਕ ਸ਼ੋਅ ਪੀਸ ਵਜੋਂ ਵਰਤਣਾ। ਬੇਲੋੜੇ ਇਹਨਾਂ ਨੂੰ ਟਰਮਨੋਲੋਜੀਆਂ ਦੇਣੀਆਂ, ਕੋਈ ਕੌਣ ਜਿੰਦਾ ਸ਼ਹੀਦ ਆ, ਕੌਣ ਸ਼ਹੀਦ ਹੋ ਕੇ ਸ਼ਹੀਦ ਹੋਇਆ, ਕਿ ਕੋਈ ਜਿਹੜਾ ਪਹਿਲੇ ਹਜੇ ਜਿੰਦਾ ਉਹ ਪਹਿਲੇ ਹੀ ਸ਼ਹੀਦ ਹੋ ਗਿਆ। ਮਤਲਬ ਕਿ ਇਸ ਚੀਜ਼ਾਂ ਦੀ ਟਰਮਨੋਲੋਜੀ ਬਹੁਤ ਸੋਚ ਕੇ ਵਰਤਣੀ ਚਾਹੀਦੀ ਆ। ਇਹਨਾਂ ਚੀਜ਼ਾਂ ਬਾਰੇ ਜਿਵੇਂ ਹੁਣ ਭਗਤ ਸਿੰਘ ਬਾਰੇ ਹਾਈ ਕੋਰਟ 'ਚ ਆਇਆ ਉਹਨਾਂ ਨੇ ਖਾਰਜ ਕਰਤੀ ਪਟੀਸ਼ਨ, ਉਹ ਮੇਰਾ ਖਿਆਲ ਕੋਰਟ ਕਿਵੇਂ ਕਹਿ ਸਕਦਾ ਕਿਸੇ ਨੂੰ ਕਿ ਕੌਣ ਸ਼ਹੀਦ ਆ ਕੌਣ ਨਹੀਂ ਸ਼ਹੀਦ? ਉਹਨਾਂ ਕੋਲ ਤਾਂ ਪਾਵਰ ਹੀ ਨਹੀਂ। ਇਸ ਤਰ੍ਹਾਂ ਦੀ ਜਿਹੜੀ ਵਰਤਾਰੇ ਨੇ ਇਹਨਾਂ ਨੂੰ ਡੀਪ ਅੰਡਰਸਟੈਂਡਿੰਗ ਚਾਹੀਦੀ ਆ। SGPC ਨੂੰ ਜੇ ਸੀਰੀਅਸ ਆ ਉਹਨਾਂ ਦਾ ਪ੍ਰੈਜ਼ੀਡੈਂਟ, ਉਹਨਾਂ ਨੂੰ ਬੰਦਿਆਂ ਨਾਲ ਗੱਲ ਕਰਨੀ ਚਾਹੀਦੀ ਜਿਹੜੇ ਇਸ ਪ੍ਰੋਸੈਸ 'ਚੋਂ ਲੰਘ ਕੇ ਆਏ। ਸੰਤ ਹਰਚੰਦ ਸਿੰਘ ਲੰਗੋਵਾਲ ਨੂੰ ਵੀ ਜਿਨ੍ਹਾਂ ਨੇ ਮਾਰਿਆ ਸੀ,
ਉਹਨਾਂ 'ਚ ਇੱਕ ਬੰਦਾ ਤਾਂ ਮੌਕੇ ਤੇ ਮਰ ਗਿਆ ਸੀ, ਦੂਜੇ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਉਸ ਤੋਂ ਬਾਅਦ ਉਹਨੂੰ 16 ਸਾਲ ਬਾਅਦ ਜੇਲ੍ਹ 'ਚੋਂ ਰਿਹਾ ਕਰਤਾ ਸੀ ਸਰਦਾਰ ਗਿਆਨ ਸਿੰਘ। ਅੱਜ ਵੀ ਉਹ ਜਿੰਦਾ। ਇਹਨਾਂ ਸਾਹਮਣੇ ਪ੍ਰਕਿਰਿਆ ਤਾਂ ਪੜ੍ਹੋ ਨਾ। ਜਿਹੜੇ ਬੰਦੀ ਸਿੰਘ ਰਿਹਾ ਹੋ ਕੇ ਵੀ ਆਏ ਨੇ, ਪੇਰੋਲ ਤੇ ਵੀ ਆਉਂਦੇ ਨੇ। ਮੈਂ ਇਹ ਗੱਲ ਪਹਿਲਾਂ ਵੀ ਤੁਹਾਡੇ ਨਾਲ ਹੋਈ ਆ, ਪਰ ਹੁਣ ਰੀਸੈਂਟਲੀ ਐਗਜ਼ਾਮਪਲ ਤੁਸੀਂ ਮੈਨੂੰ ਇੱਕ ਦੱਸ ਰਹੇ ਸੀਗੇ, ਇੱਕ ਪੇਰੋਲ ਤੇ ਆਏ ਬੰਦੀ ਸਿੰਘ ਬਾਹਰ, ਔਰ ਉਹਨਾਂ ਨੂੰ ਮਿਲਣ ਤੱਕ ਐਸਜੀਪੀਸੀ ਨਹੀਂ ਗਈ। ਉਹਨਾਂ ਦੀ ਕੋਈ ਉਹਨਾਂ ਦੇ ਨਾਲ ਇੱਕ ਇੰਟਰੋਡਕਟਰੀ ਮੀਟਿੰਗ ਜਾਂ ਇੱਕ ਸਵਾਗਤ, ਮੈਂ ਨਹੀਂ ਕਹਿੰਦੀ ਕਿ ਉਹਨਾਂ ਦਾ ਸਵਾਗਤ ਕਰਨ ਨੂੰ ਐਸਜੀਪੀਸੀ ਦੇ ਉੱਤੇ ਆ, ਪਰ ਉਹਨਾਂ ਨੂੰ ਘੱਟੋ ਘੱਟ ਉਹਨਾਂ ਦੀਆਂ ਮੁਸੀਬਤਾਂ ਬਾਰੇ, ਉਹਨਾਂ ਦੀਆਂ ਪ੍ਰੋਬਲਮਸ ਕੀ ਨੇ, ਉਹ ਚਾਹੁੰਦੇ ਕੀ ਨੇ, ਉਹਨਾਂ ਦਾ ਪਰਿਵਾਰ ਪਿੱਛੇ ਕਿਵੇਂ ਆ, ਇਹ ਤਾਂ ਪੁੱਛਿਆ ਜਾ ਸਕਦਾ। ਰਿਕਸ਼ਾ ਚਲਾਉਣਾ ਪਿਆ ਉਹਨਾਂ ਨੂੰ। ਹਾਂ, ਬੜੀ ਦਰਦਨਾਕ ਪਿਕਚਰ ਆਈ ਹੈ ਸਾਹਮਣੇ। ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਮਿਲਣਗੇ, ਜਾਂ ਇਹਨਾਂ ਦਾ ਕੋਈ ਰੈਪਰੈਜ਼ੈਂਟੇਟਿਵ ਗਿਆ, ਕੀ ਐਸਜੀਪੀਸੀ ਦਾ ਕੋਈ ਗਿਆ, ਕੀ ਜਥੇਦਾਰ ਸਾਹਿਬ ਨੇ ਕਦੀ ਉਹਨਾਂ ਨੂੰ ਬੁਲਾ ਕੇ ਪੁੱਛਣਾ ਚਾਹਿਆ ਵੀ ਕੀ ਹਾਲ ਆ ਤੁਹਾਡਾ? ਕਦੀ ਇਹ ਜੇਲ੍ਹਾਂ 'ਚ ਉਹਨਾਂ ਨੂੰ ਮਿਲਣ ਗਏ? ਮੈਂ ਮੰਨਦਾ ਕਿ ਜਦੋਂ ਤੁਹਾਡਾ ਕੋਈ ਫੈਮਿਲੀ ਮੈਂਬਰ ਅੰਦਰ ਹੁੰਦਾ, ਤੁਸੀਂ ਬਾਰ-ਬਾਰ ਜਾਂਦੇ ਆ। ਆਪਾਂ ਪਟਿਆਲੇ ਜੇਲ੍ਹ ਦਾ ਦ੍ਰਿਸ਼ ਦੇਖਿਆ। ਕੀ ਜੇ ਉਹਨਾਂ ਬਾਰੇ ਤੁਸੀਂ ਇੰਨੇ ਸੁਚੇਤ ਹੋਣ ਤਾਂ ਕੀ ਤੁਹਾਡੇ ਕਦਮ ਜਿਹੜੇ ਬੜੇਲ ਜੇਲ੍ਹ ਤੱਕ ਜਾਂਦੇ ਨੇ? ਕੀ ਅੰਮ੍ਰਿਤਸਰ ਜਿੱਥੇ ਮੈਂਟਲ ਹਸਪੀਟਲ ਦਵਿੰਦਰਪਾਲ ਭੁੱਲਰ ਪਿਆ, ਕੀ ਉੱਥੋਂ ਤੱਕ ਕਦਮ ਜਾਂਦੇ ਨਹੀਂਗੇ? ਆਪਾਂ ਕੀ ਵਿਸ਼ਵਾਸ ਦਵਾ ਰਹੇ ਹਾਂ ਸਿੱਖ ਕੌਮ? ਠੀਕ ਹੈ ਜੀ। ਮਤਲਬ ਕਿ ਅਲਟੀਮੇਟਲੀ ਉਹਦੀ ਮਦਰ ਬਿਮਾਰ ਆ। ਜਿਹੜਾ ਹੁਣ ਸਰਦਾਰ ਗੁਰਮੀਤ ਸਿੰਘ ਬਾਹਰ ਆਏ ਸੀ, ਉਹਨਾਂ ਨੂੰ ਰਿਕਸ਼ਾ ਚਲਾਉਣਾ ਪਿਆ। ਜੋ ਮੈਂ ਪੜ੍ਹ ਰਹੀ ਸੀਗੀ, ਜੋ ਮੈਂ 40 ਦਿਨ ਆਏ ਤੇ 40 ਦਿਨ ਉਹਨਾਂ ਰਿਕਸ਼ਾ ਚਲਾਇਆ। ਮੈਂ ਫੇਸਬੁੱਕ ਤੇ ਪੜ੍ਹਿਆ ਹੈਗਾ। ਮੈਂ ਵੈਸੇ ਜਾਣਦਾ ਨਹੀਂਗਾ ਉਹਨਾਂ ਨੂੰ, ਪਰ ਮੈਨੂੰ ਦੁੱਖ ਆ। I wish I can do something for them। ਪਰ ਕੇਸ ਸਟੱਡੀ ਕਰਨੇ ਚਾਹੀਦੇ ਆ ਲੀਗਲੀ, ਅਬਾਊਟ ਟਾਈਮ ਆ। ਫਿਰ ਇਸ਼ੂਸ ਉਠਾਓ ਜੇ ਤੁਹਾਡੇ ਕੋਲੇ ਸੋਚ ਆ। ਜਿਵੇਂ ਜਥੇਦਾਰ ਸਾਹਿਬ ਕਹਿ ਰਹੇ ਆ ਕਿ ਆਮ ਲਾਇਸੈਂਸ ਬਣਾਓ, ਇਹ ਕਹਿਣਾ ਚਾਹੀਦਾ ਕਿ ਆਪਣੀ ਸੋਚ ਵਧਾਓ। ਕਿਉਂਕਿ ਆਪਾਂ 1947 ਦੇ ਵਿੱਚ ਟੇਬਲ ਟਾਕ ਤੇ ਹਾਰੇ ਆ, ਜਿੱਥੇ ਕਿ ਜਿਹਨੇ ਹੁਣੀ ਜਿੱਤੇ ਆ, ਜਿੱਥੇ ਜਵਾਹਰ ਲਾਲ ਨਹਿਰੂ ਹੁਣੀ ਜਿੱਤੇ ਆ, ਉੱਥੇ ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ। ਤੇ ਆਪਾਂ ਆਪਣਾ ਪੱਖ ਰੱਖ ਨਹੀਂ ਸਕੇ। ਜੇ ਨਾਗਾਲੈਂਡ ਨਾਲ ਇਹਨਾਂ ਦਾ ਜੀ 2015 'ਚ ਐਗਰੀਮੈਂਟ ਹੋਇਆ ਇੰਡੀਅਨ ਗਵਰਨਮੈਂਟ ਦਾ, ਤਾਂ ਨਾਗਾਲੈਂਡ ਦੇ ਐਗਰੀਮੈਂਟ ਵਿੱਚ ਲਿਖਿਆ ਗਿਆ ਕਿ ਨਾਗਾਲੈਂਡ ਵਾਜ਼ ਨੈਵਰ ਏ ਪਾਰਟ ਆਫ ਇੰਡੀਆ। 1832 ਤਾਈਂ ਉਹ ਇੰਡੀਪੈਂਡੈਂਟ ਸੀਗਾ। 1832 'ਚ ਉੱਥੇ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ, ਉਸ ਤੋਂ ਬਾਅਦ ਉਹ ਲੈਂਡ ਜਿਹੜਾ ਜਦੋਂ ਇੰਡੀਆ ਆਜ਼ਾਦ ਹੋਇਆ ਤਾਂ ਉਹਦੀ ਇੰਡੀਆ ਦੀ ਟੈਰੀਟਰੀ 'ਚ ਆਇਆ। ਪਰ ਹੁਣ ਜਿਹੜਾ ਐਗਰੀਮੈਂਟ ਲਿਖਿਆ ਹੋਇਆ, ਉਹਨਾਂ ਨੇ ਕਿਹਾ ਸਾਡਾ 1832 ਵਾਲਾ ਰੁਤਬਾ ਬਹਾਲ ਹੋਊਗਾ, ਸਾਡੇ ਸੋਵਰੈਂਟੀ ਆਊਗੀ, ਸਾਡਾ ਆਪਣਾ ਫਲੈਗ ਹੋਊਗਾ, ਆਪਣਾ ਕੰਸਟੀਟਿਊਸ਼ਨ ਹੋਊ। ਉਹਦੇ ਤੋਂ ਸਿੱਖ ਲੀਡਰਸ਼ਿਪ ਨੂੰ ਸਿੱਖ ਲੈਣਾ ਚਾਹੀਦਾ ਕਿ ਸਾਡੇ ਕੋਲੇ ਵੀ ਸੋਵਰਨ ਲੈਂਡ ਸੀਗਾ 1849 ਤੱਕ, ਜਿਹਨੂੰ ਆਪਾਂ ਸਿੱਖ ਰਾਜ ਵੀ ਕਹਿੰਦੇ ਆ, ਚਾਹੇ ਸਰਕਾਰੇ ਖਾਲਸਾ ਕਹਿੰਦੇ। ਉੱਥੇ ਇੰਡੀਆ ਦਾ ਕੋਈ ਕਬਜ਼ਾ ਨਹੀਂ ਸੀਗਾ ਜਿਹੜਾ ਪ੍ਰੈਜ਼ੈਂਟ ਇੰਡੀਆ ਹੈਗਾ। ਇਸ ਕਰਕੇ ਇਸ ਚੀਜ਼ ਨੂੰ ਸਟੱਡੀ ਕਰਨਾ ਚਾਹੀਦਾ ਕਿ ਆਪਾਂ ਜਦੋਂ ਅਕੋਰਡ ਕਰਕੇ ਆਉਣੇ ਆ ਤਾਂ ਆਪਾਂ ਆਪਣੇ ਹੱਕ ਵੇਚ ਕੇ ਆਉਣੇ ਆ। ਦੂਜੇ ਲੋਕੀ ਜਦੋਂ ਬਹਿੰਦੇ ਨੇ ਟੇਬਲ ਤੇ, ਉਹ ਆਪਣੇ ਹੱਕਾਂ ਤੋਂ ਵੀ ਵੱਧ ਅਧਿਕਾਰ ਲੈ ਕੇ ਜਾਂਦੇ। ਇਹ ਮਿਜ਼ੋਰਮ, ਨਾਗਾਲੈਂਡ ਦਾ ਕੇਸ ਜਿਹੜਾ ਆਪਾਂ ਇੱਕ ਪੂਰੀ ਵੀਡੀਓ ਇਸ ਕੇਸ ਤੇ ਬਣਾਵਾਂਗੇ। ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਇੱਕ ਦਿਨ ਤੁਸੀਂ ਇਸ ਪੂਰੇ ਪ੍ਰੋਗਰੈਸ ਜਿਹੜੀ ਉੱਥੇ ਹੋਈ, ਕਿਵੇਂ ਹੋਈ, ਔਰ ਹਿਸਟਰੀ, ਉਹਦੇ ਤੇ ਇੱਕ ਪੂਰੀ ਗੱਲਬਾਤ ਕਰੋ। ਲਾਗੂ ਨਹੀਂ ਹੋਇਆ, ਪਰ ਐਗਰੀਮੈਂਟ ਇਹਨਾਂ ਦਾ ਹੋ ਚੁੱਕਿਆ। ਫਿਰ ਵੀ ਜੋ ਡਿਵੈਲਪਮੈਂਟਸ ਉੱਥੇ ਹੋਈਆਂ ਹੈ ਨਾ, ਤਾਂ ਕਿ ਇਹ ਇਨਫੋਰਮੇਸ਼ਨ ਵੀ ਪਹੁੰਚੇ। ਪਰ ਉਹ ਇੱਕ ਆਖਰੀ ਚੀਜ਼ ਜੋ ਮੈਂ ਇਹਦੇ 'ਚ ਲੈਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਇਹ ਇੱਕ ਟਾਈਮ ਸੀ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਸੀਗੇ, ਕਿਉਂਕਿ ਇੱਥੇ ਮਿਲੀਟੈਂਸੀ ਸੀ, ਇੱਕ ਮਾਹੌਲ ਖਰਾਬ ਸੀ, ਤਾਂ ਸੋ ਲੋਕ ਉੱਥੇ ਜਾ ਕੇ ਸ਼ਰਨ ਲੈਂਦੇ ਸੀ। ਪਰ ਅੱਜ ਤਾਂ ਚੰਗਾ ਭਲਾ ਮਾਹੌਲ ਹੈ, ਤਾਂ ਵੀ ਸਾਡੀ ਨੌਜਵਾਨੀ ਜਾ ਰਹੀ ਹੈ। ਸੋ ਤੁਸੀਂ ਜਨਰਲ ਸੁਬੇਗ ਸਿੰਘ ਦੇ ਬੇਟੇ ਦੀ ਇੱਕ ਮੈਨੂੰ ਗੱਲ ਦੱਸ ਰਹੇ ਸੀ ਕਿ ਉਹਨਾਂ ਨੇ ਕਿਵੇਂ ਪਰਮਾਨੈਂਟ ਰੈਜ਼ੀਡੈਂਸੀ ਅਮਰੀਕਾ 'ਚ ਲਈ ਸੀ। ਜਨਰਲ ਸੁਬੇਗ ਸਿੰਘ ਕੌਮ ਦੇ ਮਾਣ ਮੱਤੇ ਸ਼ਹੀਦ ਨੇ, ਉਹਨਾਂ ਦਾ ਬੜਾ ਵੱਡਾ ਰੋਲ ਆ। ਐਂਡ ਆਈ ਬੋ ਮਾਈ ਹੈਡ ਬਿਫੋਰ ਹਿਮ। ਸਾਡੇ ਲਈ ਇੱਕ ਬਹੁਤ ਵੱਡਾ ਮੋਟੀਵੇਸ਼ਨਲ ਫੈਕਟਰ ਸੀ ਉਹਨਾਂ ਦੀ ਲਾਈਫ, ਤੇ ਜਿਸ ਤਰ੍ਹਾਂ ਉਹਨਾਂ ਨੇ ਡੈਡੀਕੇਟ ਕੀਤਾ ਆਪਣੇ ਆਪ ਨੂੰ ਸਿੱਖ ਕੌਮ। ਜਦੋਂ ਮੈਂ ਨਿਊਯਾਰਕ ਦੀ ਜੇਲ੍ਹ ਵਿੱਚ ਸੀਗਾ ਤਾਂ ਉਹਨਾਂ ਦਾ ਬੇਟਾ ਆਰਮੀ 'ਚੋਂ ਆਇਆ ਸੀ। ਇਹ ਨਹੀਂ ਪਤਾ ਮੈਨੂੰ ਵੱਡਾ ਸੀ ਕਿ ਛੋਟਾ ਸੀ। ਉਹਨਾਂ ਸਿੱਖ ਕੌਮ ਨੇ ਉਹਦੀ ਬਾਂਹ ਫੜੀ, ਉਹਨੂੰ ਉੱਥੇ ਪਰਮਾਨੈਂਟ ਕਰਾਉਣ ਲਈ ਉਹਨਾਂ ਨੇ ਵਰਲਡ ਸਿੱਖ ਨਿਊਜ਼ ਦੇ ਵਿੱਚ ਉਹਨੂੰ ਨੌਕਰੀ ਦਿੱਤੀ। ਉਸ ਨੌਕਰੀ ਦੇ ਰਾਹੀਂ ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ। ਪਰ ਮੈਨੂੰ ਬੜੇ ਦੁੱਖ ਨਾਲ ਇਹ ਤੁਹਾਡੇ ਨਾਲ ਸਾਂਝਾ ਕਰਨਾ ਪੈਂਦਾ ਵੀ ਜਿੱਦਣ ਰੈਜ਼ੀਡੈਂਸੀ ਮਿਲ ਗਈ, ਉਸ ਤੋਂ ਬਾਅਦ ਉਹ ਕਦੀ ਵਰਲਡ ਸਿੱਖ ਨਿਊਜ਼ ਦੇ ਦਫ਼ਤਰ ਵੀ ਨਹੀਂ ਆਏ।
ਅਲਟੀਮੇਟਲੀ ਵਰਲਡ ਸਿੱਖ ਨਿਊਜ਼ ਫਾਈਨੈਂਸ਼ੀਅਲ ਕਾਰਨਾਂ ਕਰਕੇ ਥੋੜੇ ਚਿਰ ਬਾਅਦ ਬੰਦ ਹੋ ਗਿਆ ਸੀ, ਪਰ ਲੋਕਾਂ ਨੇ ਬੜੀ ਡੈਡੀਕੇਸ਼ਨ ਨਾਲ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਸੀ। ਉਹਨਾਂ ਨੂੰ ਆਪਣਾ ਵਿਰਸਾ ਯਾਦ ਕਰਨਾ ਚਾਹੀਦਾ ਸੀ ਕਿ ਜਨਰਲ ਸਬੇਗ ਸਿੰਘ ਦਾ ਕਿੱਡਾ ਵੱਡਾ ਯੋਗਦਾਨ ਆ ਸਿੱਖ ਕੌਮ 'ਚ। ਮੈਂ ਉਸ ਘਰ 'ਚੋਂ ਤੁਸੀਂ ਪੈਦਾ ਹੋਏ ਆ, ਘੱਟੋ ਘੱਟ ਇੰਨਾ ਕੁ ਤਾਂ ਸਿੱਖਾਂ ਦੇ ਨਾਲ ਸਾਂਝ ਰੱਖੋ। ਸਿੱਖ ਕੌਮ ਨੇ ਤਾਂ ਤੁਹਾਨੂੰ ਦਰਕਾਰਿਆ ਨਹੀਂ, ਤੁਸੀਂ ਉਹਨਾਂ ਅੱਗੇ ਥੋੜ੍ਹੀ ਬਹੁਤੀ ਡੈਡੀਕੇਸ਼ਨ ਤਾਂ ਰੱਖੋ, ਗ੍ਰੈਟੀਚਿਊਡ ਤਾਂ ਕਰੋ। ਉਹ ਬੰਦਿਆਂ ਨੂੰ ਵਿਚਾਰੇ ਜਿਹੜੇ ਮਾਲਕ ਸੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਸਾਡੇ ਤੋਂ ਗਲਤੀ ਕੀ ਹੋਈ। ਮਤਲਬ ਕਿ ਜੇ ਤੁਹਾਡਾ ਕੋਈ ਬਾਂਹ ਫੜਦਾ ਹੋਵੇ, ਚਲੋ ਇੱਥੇ ਤਾਂ ਅਨਫੋਰਚੂਨੇਟਲੀ ਹਜੇ ਬਾਂਹ ਫੜ ਹੀ ਨਹੀਂ ਰਹੇ, ਪਰ ਜੇ ਕੋਈ ਖੜਦਾ ਤਾਂ ਖੜਨਾ। ਮੇਰੇ ਨਾਲ ਜਿਹੜਾ ਵੀ ਕੋਈ ਖੜਾ, ਮੈਂ ਅੱਜ ਤੱਕ ਉਹਦੇ ਵੱਲ ਪਿੱਠ ਨਹੀਂ ਕੀਤੀ, ਨਾ ਕਰੂੰਗਾ। ਜਦ ਕਿ ਮੈਨੂੰ ਕੋਈ ਆਰਗੇਨਾਈਜੇਸ਼ਨ ਦੀ ਕਿਤੋਂ ਸਪੋਰਟ ਕਦੀ ਨਹੀਂ ਮਿਲੀ, ਨਾ ਕਦੀ SGPC ਦੀ ਕੋਈ ਸਪੋਰਟ ਮਿਲੀ ਆ। ਮੈਂ ਇਹ ਵੀ ਕਹਿਣਾ ਚਾਹੁੰਦਾ SGPC ਨੂੰ ਕਿ ਜੇ ਤੁਸੀਂ ਇੱਕ ਜਿਹੜਾ ਬੰਦੀ ਸਿੰਘ ਆ ਉਹਦੇ ਪਰਿਵਾਰ ਨੂੰ 10 ਲੱਖ ਰੁਪਏ SGPC ਦੇ ਫੰਡ 'ਚੋਂ ਦੇ ਸਕਦੇ ਆ ਬਿਫੋਰ ਦਾ ਸੰਗਰੂਰ ਇਲੈਕਸ਼ਨਸ, ਜਿਹੜੀਆਂ ਹੁਣ ਬਾਈ ਇਲੈਕਸ਼ਨਸ ਹੋਈਆਂ, ਤਾਂ ਫਿਰ ਬਾਕੀਆਂ ਦੇ ਵੀ ਦਿਓ। ਦੂਜੇ ਜਿਹੜੇ 8 ਆ ਉਹਨਾਂ ਦੇ ਘਰਾਂ 'ਚ ਵੀ ਦਿਓ। ਇਹ ਵਿਤਕਰਾ ਕਿਉਂ? ਜੀ, ਵੈਸੇ ਬਹੁਤ ਵੱਡੇ ਸਵਾਲ ਤੇ ਲਿਆ ਕੇ ਤੁਸੀਂ ਇਸ ਗੱਲ ਨੂੰ ਵਿਰਾਮ ਦਿੱਤਾ ਹੈ। ਸੋ ਆਪਾਂ ਇਸ ਚਰਚਾ ਨੂੰ ਕੰਟੀਨਿਊ ਕਰਾਂਗੇ ਸਰ ਅਗਲੀ ਵੀਕ। ਹੁਣ ਮੈਨੂੰ ਲੱਗਦਾ ਹੈ ਕਿ ਪੌਣਾ ਘੰਟਾ ਆਪਣੀ ਆਡੀਅנס ਦੇ ਲਈ ਕੱਢਣਾ ਔਖਾ ਹੋ ਜਾਂਦਾ ਕਿਉਂਕਿ ਕੰਮਾਂ ਕਾਰਾਂ 'ਚ ਹੁੰਦੇ ਆ। ਸੋ ਥੈਂਕ ਯੂ ਸੋ ਮਚ, ਤੁਸੀਂ ਆਪਣਾ ਸਮਾਂ ਦਿੱਤਾ। ਆਪਾਂ ਅਗਲੇ ਹਫਤੇ ਨੂੰ ਕੰਟੀਨਿਊ ਕਰਾਂਗੇ ਸਰ। ਥੈਂਕ ਯੂ।